जाए पुछो दुहागणी जाए पुछो दुहागणी तुम क्यों जाए पुछो दुहागणी जाए पुछो दुहागणी तुम क्यों जाए पुछो दुहागणी जाए पुछो दुहागणी तुम क्यों न सुती कंट स्यो आज न सुती कंट स्यो आज न सुती कंट स्यो अंग मुड़े मुड़ जाए अंग मुड़े मुड़ जाए जाए पुछो दुहागणी जाए पुछो दुहागणी तुम क्यों विहारे तुम क्यों विहारे
सारे टोई नाल है, सारे टोई नाल है, न पुछई तन सुहागण नाम, तन सुहागण नाम, जाए पुछो दुहागणी, जाए दुहागणी, तुम क्यों रैन विहाए, तुम क्यों रैन विहाए। सारे पिए कंत की, साहुरे पिए कंत की, सारे पिए कंत की, कंत अगम अथाह, कंत अगम अथाह, नानक सो सुहागणी, नानक सो सुहागणी, जो पावे बेपरवाह, जो पावे बेपरवाह, जाए पुछो दुहागणी, जाए
ਅੱਜ ਨ ਸੁੱਤੀ ਕੰਤ ਸਿਓ ਅੱਜ ਨਾ ਸੁੱਤੀ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਅੰਗ ਮੁੜੇ ਮੁੜ ਜਾਏ ਪੁੱਛੋ ਦੁਹਾਗਣੀ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਰ ਤੁਮ ਕਿਉਂ ਰਹਿਣ ਵਿਹਾਰ ਪਿਆਰੀ ਸਾਧ ਸੰਗਤ ਜੀ, ਜੋ ਅਸੀਂ ਸ਼ਲੋਕ ਗਾਇਨ ਕੀਤਾ ਫਰੀਦ ਜੀ ਦੇ ਲੜੀਵਾਰ ਆਖੀਰ ਦੇ ਗੁਰੂ ਗ੍ਰੰਥ ਸਾਹਿਬ ਦੇ ਆਖੀਰ ਵਿੱਚ ਸ਼ਲੋਕ ਸ਼ੇਖ ਫਰੀਦ ਜੀ ਕੇ ਟੌਪਿਕ ਹੇਠਾਂ 130 ਸ਼ਲੋਕਾਂ ਵਿੱਚੋਂ 30 ਨੰਬਰ ਅਤੇ 31 32 ਨੰਬਰ ਸ਼ਲੋਕ ਅਸੀਂ ਗਾਇਨ ਕੀਤਾ। ਇਹਨਾਂ ਸ਼ਲੋਕਾਂ ਦੀ ਇੱਕ ਵਿਲੱਖਣਤਾ ਹੈ, ਉਹ ਇਹ ਕਿ ਇਹ ਭਾਵੇਂ ਇਕੱਠੇ ਕਰਕੇ ਆਖੀਰ ਵਿੱਚ ਲਿਖੇ ਗਏ ਨੇ, ਜਿਸ ਤਰ੍ਹਾਂ ਸ਼ਲੋਕ ਵਾਰਾਂ ਤੇ ਵਧੇਕ ਇਕੱਠੇ ਕਰਕੇ ਲਿਖੇ ਗਏ ਨੇ, ਪਰ ਇਹਨਾਂ ਦਾ ਆਪਸੀ ਤਾਲਮੇਲ ਵੀ ਹੈ। ਔਰ ਸ਼ਲੋਕ ਨੂੰ ਸਮਝਣ ਵਾਸਤੇ ਜੇ ਅਸੀਂ ਅਗਲੇ ਔਰ ਪਿਛਲੇ ਸ਼ਲੋਕਾਂ ਨੂੰ ਵਿਚਾਰਦੇ ਹਾਂ, ਰੀਕੈਪ ਕਰਕੇ ਜਾਂ ਰੀਲਿੰਕ ਕਰਕੇ ਜਾਂ ਇੰਟਰਲਿੰਕ ਕਰਕੇ, ਤਾਂ ਸਾਨੂੰ ਬੜੇ ਕੀਮਤੀ ਸੁਨੇ ਮਿਲਦੇ ਹਨ। ਅਸੀਂ ਇਹਨਾਂ ਸ਼ਲੋਕਾਂ ਨੂੰ ਬਹੁਤ ਸਹਿਜ ਨਾਲ ਵਿਚਾਰ ਰਹੇ ਹਾਂ। ਮੈਨੂੰ ਜਿੱਥੇ ਤੱਕ ਯਾਦ ਆ ਰਿਹਾ, ਪਿਛਲੇ 5-6 ਸਾਲ ਹੋ ਗਏ ਨੇ। 5-6 ਸਾਲਾਂ 'ਚ ਅਸੀਂ 1 2 3 4 ਇਸ ਤਰ੍ਹਾਂ ਕਰ ਕਰਕੇ ਹੁਣੇ 30 ਨੰਬਰ ਸ਼ਲੋਕ ਤੱਕ ਪਹੁੰਚਿਆ। ਅਤੇ ਅਸੀਂ ਜਿਹੜੀ ਵਿਚਾਰ ਸਾਂਝ ਕਰ ਰਹੇ ਹਾਂ, ਵਿਚਾਰ ਵਿੱਚੋਂ ਅਸੀਂ ਇਹ ਸਮਝਣ ਦਾ ਯਤਨ ਕਰ ਰਹੇ ਹਾਂ, ਇਹ ਸ਼ਲੋਕ ਮੇਰੇ 'ਤੇ ਕਿਵੇਂ ਟੁਕਦਾ ਹੈ। ਜਿਵੇਂ ਕੱਲ੍ਹ ਮੈਂ ਗੱਲ ਕੀਤੀ ਸੀ, ਜਦੋਂ ਵੀ ਸ਼ਬਦਾਂ ਦੇ ਅਰਥ ਕੀਤੇ ਜਾਂਦੇ ਨੇ ਜੀਵ ਰੂਪੀ ਇਸਤਰੀ, ਇੱਕ ਤਾਂ ਅਸੀਂ ਆਪਣੇ ਆਪ ਨੂੰ ਇਸਤਰੀ ਨਹੀਂ ਸਮਝਦੇ। ਜੀਵ ਰੂਪੀ ਇਸਤਰੀ, ਭਾਵੇਂ ਕੋਈ ਇਸਤਰੀ ਹੋਵੇ, ਉਹ ਵੀ ਆਪਣੇ ਆਪ ਨੂੰ ਜੀਵ ਰੂਪੀ ਇਸਤਰੀ ਕਰਕੇ ਨਹੀਂ ਸਮਝ ਪਾਉਂਦੀ ਹੈ। ਅਸੀਂ ਆਪਣੇ ਨਾਲ ਰਿਲੇਟ ਹੀ ਨਹੀਂ ਕਰ ਪਾਉਂਦੇ ਹਾਂ। ਜਦੋਂ ਲਿਖਤੀ ਅਰਥ ਜਾਂ ਕੋਈ ਕਥਾਕਾਰ ਐਸੇ ਵਾਲੇ ਅਰਥ ਕਰਦਾ ਹੈ, ਜੀਵ ਰੂਪੀ ਇਸਤਰੀ ਅਨੇਕਾਂ ਸਦੀਆਂ ਤੋਂ ਰੱਬ ਤੋਂ ਵਿਛੜੀ ਹੋਈ ਹੈ, ਸਾਨੂੰ ਪਤਾ ਨਹੀਂ ਲੱਗਦਾ ਉਹ ਜੀਵ ਰੂਪੀ ਇਸਤਰੀ ਕੌਣ ਹੈ। ਸੋ ਅਸੀਂ ਜਦੋਂ ਬਾਣੀ 'ਚੋਂ ਬਾਣੀ ਦੇ ਅਰਥ ਸਮਝਾਂਗੇ ਤਾਂ ਪਤਾ ਲੱਗੇਗਾ ਮੇਰੀ ਜਿਹੜੀ ਮੱਤ ਹੈ, ਇਸ ਨੂੰ ਇਸਤਰੀ ਕਹਿੰਦੇ ਨੇ, ਇਸ ਨੂੰ ਤ੍ਰਿਯ ਕਹਿੰਦੇ ਨੇ, ਇਹਨੂੰ ਨਾਰ ਕਹਿੰਦੇ ਨੇ, ਇਹਨੂੰ ਘਰ ਕੀ ਗੀਹਨ ਕਹਿੰਦੇ ਨੇ। ਅਤੇ ਜਿਹੜਾ ਮੇਰਾ ਮਨ ਹੈ, ਮੇਰੇ ਮਨ ਨੂੰ ਇਸ ਸਰੀਰ ਦਾ
ਕੰਤ ਕਹਿੰਦੇ ਨੇ, ਮੇਰੇ ਮਨ ਨੂੰ ਇਸ ਸਰੀਰ ਦਾ ਸਾਹਿਬ ਕਹਿੰਦੇ ਨੇ, ਮੇਰੇ ਮਨ ਨੂੰ ਇਸ ਸਰੀਰ ਦਾ ਸਾਈਂ ਕਹਿੰਦੇ ਨੇ, ਮੇਰਾ ਮਨ ਇਸ ਸਰੀਰ ਦਾ ਚਾਲਕ ਹੈ, ਮੇਰਾ ਮਨ ਇਸ ਸਰੀਰ ਦਾ ਰਾਜਾ ਹੈ। ਮਨ ਰਾਜਾ, ਮਨ ਸੁਲਤਾਨ। ਇਸ ਤਰੀਕੇ ਦੇ ਨਾਲ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਫਿਰ ਸ਼ਬਦ ਆਪਣੇ 'ਤੇ ਟੁਕਾ ਕੇ ਪੜ੍ਹਨ ਵਿੱਚ ਸਮਝ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋ ਸ਼ਲੋਕ ਕੀ ਹੈ? ਸ਼ਲੋਕ ਦੇ ਸਿੰਪਲ ਅਰਥ। ਅੱਜ ਨਾ ਸੁੱਤੀ ਕੰਧ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਡੋਹਾਗਣ ਕਿਹਨੂੰ ਕਹਿੰਦੇ ਨੇ? ਡੋਹਾਗਣ ਦੱਖਣੇ ਦੀ ਬੋਲੀ ਹੈ, ਜਿਸ ਨੂੰ ਅਸੀਂ ਝਾਂਗੀ ਬੋਲੀ ਵੀ ਕਹਿ ਸਕਦੇ ਹਾਂ, ਲਹਿੰਦੇ ਦੀ ਬੋਲੀ ਕਹਿੰਦੇ ਨੇ। ਅਤੇ ਡੋਹਾਗਣ ਦਾ ਮਤਲਬ ਹੁੰਦਾ ਦੁਹਾਗਣ। ਸੁਹਾਗਣ ਜੋ ਰੱਬ ਨਾਲ ਇਕਮਿਕ ਹੈ, ਦੁਹਾਗਣ ਮਤਲਬ ਜੋ ਰੱਬ ਤੋਂ ਵਿਛੜੀ ਹੋਈ ਹੈ। ਕੌਣ ਵਿਛੜੀ? ਕੌਣ ਹੋਈ ਹੈ? ਮੇਰੀ ਮੱਤ। ਮੇਰੀ ਮੱਤ ਮੇਰੇ ਅੰਦਰ ਦੇ ਰੱਬ ਜੀ ਦੇ ਨਾਲ ਵਿਛੜੀ ਹੋਈ ਹੈ। ਅੱਛਾ, ਮੈਂ ਹੁਣ ਲਫ਼ਜ਼ ਰੱਬ ਜੀ ਕਿਉਂ ਵਰਤਿਆ? ਕਿਉਂਕਿ ਮੇਰੇ ਐਕਚੁਅਲ ਵਿੱਚ ਤਾਂ ਮੇਰੇ ਸਾਰੇ ਸਰੀਰ ਦਾ ਮਾਲਕ ਸਾਈਂ ਮਨ ਹੈ। ਅੰਦਰ ਰੱਬ ਜੀ ਵਸਦੇ ਨੇ, ਪਰ ਮਨ ਕਿਧਰੇ ਹੋਰ ਗਿਆ ਹੋਇਆ ਹੈ। ਮਨ ਇਸ ਸਰੀਰ ਦਾ ਨਾਇਕ ਹੈ, ਹੀਰੋ ਹੈ, ਚਾਲਕ ਹੈ, ਪਰ ਮਨ ਐਬਸੈਂਟ ਹੈ। ਇਸ ਕਰਕੇ ਮੇਰੀ ਮੱਤ ਉਹਦੇ ਤੋਂ ਵਿਛੜੀ ਹੋਈ ਹੈ। ਮੱਤ ਦੇ ਕਾਰਨ ਸਾਰੇ ਅੰਗ ਵੀ ਰੱਬ ਜੀ ਤੋਂ, ਭਾਵ ਮੇਰੇ ਮਨ ਤੋਂ ਵਿਛੜ ਜਾਂਦੇ ਨੇ। ਸੋ ਧਰਮ ਦੀ ਕਲਾ, ਗੁਰਮਤ ਦੀ ਕਲਾ, ਗੁਰਮਤ ਦਾ ਫਲਸਫਾ ਇਹ ਹੈ ਕਿ ਮਨ ਨੂੰ ਨਿੱਜ ਕਰਦੇ, ਅੰਤਰਾਤਮਾ 'ਚ, ਕੌਨਸ਼ੀਅੰਸ ਵਿੱਚ ਵਸਦੇ ਗੋਡ ਰੱਬ ਦੇ ਨਾਲ ਇਕਮਿਕ ਕਰਾਉਣਾ, ਰੱਬ ਜੀ ਦੀ ਮਰਜ਼ੀ ਦੇ ਮੁਤਾਬਕ ਉਸ ਨੂੰ ਚਲਾਉਣਾ। ਸਾਰੀ ਦੁਨੀਆ ਵਿੱਚ ਇੱਕੋ ਇੱਕ ਚੀਜ਼ ਹੈ, ਮਨ ਜੋ ਰੱਬ ਜੀ ਦੀ ਰਜ਼ਾ ਤੋਂ ਉਲਟ ਚੱਲਦਾ ਹੈ ਮੇਰੇ ਸਰੀਰ ਦਾ ਕੰਤ। ਸੋ ਅੱਜ ਨਾ ਸੁੱਤੀ ਕੰਧ ਸਿਉ ਅੰਗ ਮੁੜੇ ਮੁੜ ਜਾਏ। ਕੱਲ ਤੱਕ ਅਸੀਂ ਜਿਤਨੀ ਵਿਚਾਰ ਕੀਤੀ ਸੀ, ਅਸੀਂ ਉਹਦੇ ਵਿੱਚ ਸੁਣਿਆ ਸੀ ਅੱਜ ਕਿਹਨੂੰ ਕਹਿੰਦੇ ਨੇ। ਅੱਜ ਦਾ ਮਤਲਬ ਟੂਡੇ ਨੂੰ ਨਹੀਂ ਕਹਿੰਦੇ ਨੇ। ਅੱਜ ਦਾ ਮਤਲਬ ਹੈ ਉਹ ਵਾਲਾ ਪਲ, ਜਿਸ ਪਲ ਮਹਿਸੂਸ ਕੀਤਾ ਕਿ ਮੈਂ ਰੱਬ ਜੀ ਤੋਂ ਵਿਛੜਿਆ ਹੋਇਆ ਹਾਂ, ਔਰ ਵਿਛੋੜੇ ਦੇ ਕਾਰਨ ਮੇਰੇ 'ਤੇ ਮਿਸ ਹੈਪਨਿੰਗਸ ਕੀ ਹੋ ਰਹੀਆਂ ਨੇ, ਮੇਰੇ 'ਤੇ ਗਲਤ ਆਦਤਾਂ ਦਾ ਕੀ ਅਸਰ ਪੈ ਰਿਹਾ ਹੈ, ਮੈਂ ਕਿਵੇਂ ਖੁਆਰ ਹੋ ਰਿਹਾ ਹਾਂ। ਇਹ ਮਹਿਸੂਸ ਕਰਨ ਦੀ ਜਿਹੜਾ ਪਲ ਹੈ ਨਾ, ਕਿਸੇ ਵੀ ਵੇਲੇ, ਜ਼ਿੰਦਗੀ ਦੇ ਕਿਸੇ ਵੀ ਵੇਲੇ, ਉਹਨੂੰ ਅੱਜ ਕਹਿੰਦੇ ਨੇ। ਜਿਵੇਂ ਕੱਲ ਅਸੀਂ ਅੱਬ ਤੇ ਜੱਬ ਡਿਸਕਸ ਕਰ ਚੁੱਕੇ ਹਾਂ। ਮੈਂ ਕੱਲ ਕੁਝ ਸੱਜਣ ਨਹੀਂ ਸੁਣਾਏ, ਇਸ ਕਰਕੇ ਮੈਂ ਥੋੜ੍ਹਾ ਜਿਹਾ ਰੀਕੈਪ ਕਰ ਰਿਹਾ। ਸੁੱਤੀ, ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸਨ। ਜਦੋਂ ਅਸੀਂ ਸੱਚ ਦੀ, ਅਸੀਂ ਇੱਕ ਸੈਮੀਨਾਰ ਕੀਤਾ ਸੀ ਪੇਕੇ ਤੇ ਸਹੁਰੇ, ਉਹਦੇ ਵਿੱਚ ਅਸੀਂ ਸਮਝਿਆ ਸੀ ਪੇਕੇ ਅਤੇ ਸਹੁਰੇ। ਆਮ ਕਹਾਵਤ ਕੀ ਹੈ? ਆਮ ਕਹਾਵਤ ਇਹ ਹੈ कि ये जो हमारी ज़िंदगी है ना, ये जो दुनिया है ना, ये पेकाकार है, और जब मर जाएंगे, जिस दिन मर जावांगे, उस दिन सौरे घर चले जावांगे। ये आम तौर पर किया जाता है। गुरु साहब कहते ने पई अड़े शो सेव तू सौरड़े सुख बस, गुर मिल चा जचार सिख तुद कदे ना लग्या दुख। इस करके सौरे पेके की तुहानू बाहर CD साड़ी मिलेगी, ਉਹਦੇ ਵਿੱਚ ਅਸੀਂ ਵਿਚਾਰਿਆ ਜਦੋਂ ਵੀ ਕੋਈ ਇਨਸਾਨ, ਇਸਤਰੀ ਮਰਦ, ਛੋਟਾ ਵੱਡਾ, ਅਮੀਰ ਗਰੀਬ, ਗੋਰਾ ਕਾਲਾ, ਕਿਸੇ ਵੀ ਸਟੇਟਸ ਦਾ ਇਨਸਾਨ, ਕਿਸੇ ਵੀ ਉਮਰ ਦਾ, ਜਦੋਂ ਉਹ ਕੁਝ ਸਿੱਖਣਾ ਚਾਹੁੰਦਾ ਹੈ ਨਾ, ਇਸ ਅਵਸਥਾ ਨੂੰ ਪੇਕੇ ਦੀ ਅਵਸਥਾ ਕਹਿੰਦੇ ਨੇ ਗੁਰਬਾਣੀ ਵਿੱਚ। ਜਦੋਂ ਉਹ ਸਿੱਖ ਕੇ ਉਸ ਨੂੰ ਆਪਣੇ ਅਮਲ ਵਿੱਚ ਲਿਆਂਦਾ ਹੈ ਚੰਗੀ ਗੱਲ ਨੂੰ, ਔਰ ਅਮਲ ਵਿੱਚ ਲਿਆਉਣ ਤੋਂ ਬਾਅਦ ਸੁੱਖ, ਚੈਨ, ਵਿਸ਼ਰਾਮ, ਨਾਨਕ ਭਗਤਨ ਕੇ ਘਰ ਸਦਾ ਆਨੰਦ ਮਹਿਸੂਸ ਕਰਦਾ ਹੈ ਨਾ,
ਇਸ ਅਵਸਥਾ ਨੂੰ ਸਹੁਰੇ ਘਰ ਦੀ ਅਵਸਥਾ ਕਹਿੰਦੇ ਨੇ। ਹੋਰ ਸੌਖਾ ਕਰ ਲਈਏ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਇਹਦਾ ਮਤਲਬ ਕਲਯੁਗ ਦਾ ਮਤਲਬ ਕੀ ਹੈ? ਮੈਂ ਜਦੋਂ ਸੱਚ ਨਾਲ ਨਹੀਂ ਜੁੜਦਾ, ਜਿਸ ਪਲ ਉਸ ਵੇਲੇ ਮੇਰੇ ਅੰਦਰ ਕੱਲ ਦੀ ਅਪਸੈਟ ਦੀ, ਡਿਸਟਰਬੈਂਸ ਦੀ ਅਵਸਥਾ ਬਣ ਜਾਂਦੀ ਹੈ। ਉਹ ਡਿਸਟਰਬ ਹੋਇਆ ਨਾ ਜਦੋਂ, ਇਸ ਅਵਸਥਾ ਨੂੰ ਕਲਯੁਗ ਕਹਿੰਦੇ ਹਨ। ਪਰ ਜਦੋਂ ਡਿਸਟਰਬੈਂਸ ਦੀ ਅਵਸਥਾ ਤੋਂ ਮੁੜ ਕੇ ਵਿਸ਼ਰਾਮ ਦੀ, ਸੰਤੋਖ ਦੀ ਅਵਸਥਾ ਪ੍ਰਾਪਤ ਕਰੀਏ, ਇਹਨੂੰ ਸਤਯੁਗ ਦੀ ਅਵਸਥਾ ਕਹਿੰਦੇ ਨੇ। ਸਤਯੁਗ ਰਥ ਸੰਤੋਖ ਕਾ, ਧਰਮ ਅਗੇ ਰਥਵਾ, ਮਨੁੱਖ ਧਰਮੀ ਹੋ ਜਾਂਦਾ ਹੈ, ਸੰਤੋਖੀ ਹੋ ਜਾਂਦਾ ਹੈ, ਮੁੜ ਕੇ ਸੰਤੋਖ ਦੀ ਅਵਸਥਾ ਪ੍ਰਾਪਤ ਹੋ ਗਈ। ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੇ ਤਾਏ। ਜਿਹੜਾ ਇਨਸਾਨ ਇਸ ਗੱਲ ਨੂੰ ਸਮਝ ਜਾਂਦਾ, ਉਹ ਆਪਣੇ ਕਲਯੁਗ ਤੋਂ ਆਪਣੇ ਆਪ ਨੂੰ ਫੇਰ ਕੇ, ਮੁੜ ਕੇ ਯੂ ਟਰਨ ਲੈ ਕੇ ਸੰਤੋਖ ਦੀ ਅਵਸਥਾ ਪ੍ਰਾਪਤ ਕਰ ਲੈਂਦਾ, ਸਤਯੁਗੀ ਅਵਸਥਾ ਪ੍ਰਾਪਤ ਕਰ ਲੈਂਦਾ। ਸਾਨੂੰ ਸਭ ਨੂੰ ਸਤਯੁਗ ਸੁਖ, ਚੈਨ, ਨਿਰਮਲਤਾ ਪ੍ਰਾਪਤ ਸੀ, ਉਹ ਅਸੀਂ ਗਵਾ ਦਿੱਤੀ। ਸੁੱਤੀ ਦੀ ਅਵਸਥਾ ਵਿੱਚ ਕੀ ਹੁੰਦਾ? ਜਾਣ ਵਿਰਤੀ ਸਨ, ਸਾਡੇ ਚੰਗੇ ਗੁਣ ਚੋਰੀ ਹੋ ਜਾਂਦੇ ਨੇ। ਚੋਰ ਖਿੜਕੀ ਤੋਂ ਪੌੜੀ ਲਗਾ ਕੇ ਸਾਡੇ ਚੰਗੇ ਗੁਣ ਲੈ ਕੇ ਚਲਾ ਜਾਂਦਾ ਹੈ। ਕਿਸ ਤਰ੍ਹਾਂ? ਗੁਣਾ ਗਵਾਈ ਗੰਠੜੀ, ਗੁਣਾ ਦੀ ਗੰਠੜੀ ਚਲੀ ਜਾਂਦੀ ਹੈ, ਅਵਗੁਣ ਚੱਲੀ ਬੰਨ, ਅਸੀਂ ਅਵਗੁਣ ਇਕੱਠੇ ਕਰ ਲੈਂਦੇ ਹਾਂ। ਸੋ ਪੇਕੇ ਸਹੁਰੇ ਦਾ ਮਤਲਬ ਵੀ ਸਾਨੂੰ ਸਮਝ ਆਇਆ। ਸਿੱਖਣ ਦੀ ਅਵਸਥਾ ਪੇਕੇ, ਅਮਲ ਕਰਕੇ ਉਸ ਦਾ ਫਾਇਦਾ ਮਹਿਸੂਸ ਕਰਨਾ ਸਹੁਰੇ। ਕਈ ਲੋਕੀ ਜਦੋਂ ਸਵਾਲ ਕਰਦੇ ਨੇ, ਜੇ ਮੈਂ ਨਿਮਰਤਾ ਨਾਲ, ਮਿਠਾਸ ਨਾਲ, ਪਿਆਰ ਨਾਲ ਬੋਲਾਂ, ਅਗਲਾ ਸਿਰ ਤੇ ਚੜ ਜਾਏਗਾ, ਤੇ ਫਿਰ ਜਵਾਬ ਤੇ ਦੇਣਾ ਹੀ ਪੈਂਦਾ ਨਾ ਵੀਰ ਜੀ। ਮਿੱਠਾ ਮਿੱਠਾ ਬੋਲਦੇ ਰਹੀਏ, ਅਗਲਾ ਠੀਕ ਹੈ, ਤੁਸੀਂ ਮਿੱਠਾ ਨਾ ਬੋਲੋ, ਤੁਸੀਂ ਗਾਲਾਂ ਕੱਢੋ ਤੇ ਆਪਣਾ ਕਲਯੁਗ ਖਰੀਦਦੇ ਰਹੋ। ਚੁਆਇਸ ਤੁਹਾਡੀ ਹੈ, ਚੁਆਇਸ ਸਾਡੀ ਹੈ ਕਿ ਮੈਂ ਕੀ ਜੀਣਾ ਚਾਹੁੰਦਾ ਹਾਂ। ਕੋਈ ਧੱਕੇਸ਼ਾਹੀ ਨਹੀਂ ਹੈ ਕਿ ਕੋਈ ਜ਼ਬਰਦਸਤੀ ਕਿਸੇ ਨੂੰ ਮਨਾਏ, ਪਰ ਜਿਸ ਦੀ ਚੁਆਇਸ ਹੈ ਕਿ ਆਈ ਐਮ ਡਿਟਰਮਿੰਡ ਟੂ ਹੈਵ ਧਰਮ ਦੀ ਪ੍ਰੈਕਟਿਸ, ਉਹ ਮੈਂ ਸੰਤੋਖ ਮਾਣਨਾ ਚਾਹੁੰਦਾ ਹਾਂ, ਉਹ ਸੁਖੀ ਹੋ ਜਾਏਗਾ। ਸੋ ਅੱਜ ਨਾ ਸੁੱਤੀ ਕੰਸਿਓਂ ਅੰਗ ਮੁੜੇ ਮੁੜ ਜਾਏ, ਤੇ ਅਸੀਂ ਬਾਰ ਭੁੱਲਦੇ ਹਾਂ। ਅੰਗ ਮੁੜੇ ਮੁੜ ਜਾਏ ਦਾ ਮੈਂ ਨਾ ਅਸੀਂ ਸਮਝਿਆ ਸੀ ਮੂੰਹ ਫੇਰਿਆ, ਮੂੰਹ ਝੂਠਾ ਹੋਏ। ਜਦੋਂ ਅਸੀਂ ਸੱਚ ਤੋਂ ਮੂੰਹ ਫੇਰ ਲੈਂਦੇ ਹਾਂ, ਉਹਨੂੰ ਕਹਿੰਦੇ ਨੇ ਸੱਚ ਤੋਂ ਮੁਨਕਰ ਹੋਣਾ, ਇਗਨੋਰੈਂਟ ਹੋਣਾ, ਮੂੰਹ ਫੇਰਨਾ। ਔਰ ਜਿਉਂ ਹੀ ਸੱਚ ਤੋਂ ਮੂੰਹ ਫੇਰਿਆ, ਮੂੰਹ ਝੂਠਾ ਹੋਏ। ਕੱਲ ਅਸੀਂ ਕਿਹੜੀ ਗੱਲ ਕੀਤੀ ਸੀ? ਮੂੰਹ ਕਿਹੜੇ ਵਾਲਾ? ਇਹ ਵਾਲਾ ਮੂੰਹ ਨਹੀਂ, ਮਨ ਦਾ ਮੂੰਹ। ਕਿਹੜੇ ਅੰਗ ਝੂਠੇ ਹੋ ਜਾਂਦੇ ਨੇ? ਮਨ ਦੇ ਅੰਗ। ਮਨ ਦੀਆਂ ਅੱਖਾਂ ਹੁੰਦੀਆਂ ਨੇ, ਮਨ ਦੀ ਰਸਨਾ ਹੁੰਦੀ ਹੈ, ਮਨ ਦੇ ਕੰਨ ਹੁੰਦੇ ਨੇ, ਉਹ ਵਾਲਾ ਸਾਰਾ ਤਨ ਝੂਠਾ ਹੋ ਜਾਂਦਾ ਹੈ। ਜਿਨ੍ਹਾਂ ਨੇ ਬਾਣੀ ਦੀ ਵਿਚਾਰ ਨਹੀਂ ਨਾ ਕਰਨੀ, ਉਹ ਬਾਹਰੋਂ ਮੂੰਹ ਸੁੱਚਾ ਕਰਦੇ ਰਹਿਣਗੇ, ਚੁਗਲੀਆਂ ਕਰਦੇ ਰਹਿਣਗੇ, ਬਾਹਰੋਂ ਹੱਥ ਧੋਂਦੇ ਰਹਿਣਗੇ, ਬਾਹਰੋਂ ਤਨ ਨੂੰ ਧੋਂਦੇ ਰਹਿਣਗੇ, ਪਰ ਮਨ ਸੁੱਚਾ ਨਹੀਂ ਕਰਨਗੇ। ਪਰ ਗੁਰੂ ਸਾਹਿਬ ਕਹਿੰਦੇ ਨੇ, ਸੁੱਚੇ ਨਾ ਅੱਖੀਆਂ ਬੈਨ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਹੜੇ ਅੰਦਰੋਂ ਸੱਚੇ ਹੋ, ਸੁੱਚੇ ਹੋ ਜਾਂਦੇ ਨੇ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਇਹ ਰਸਨਾ ਨਹੀਂ, ਮਨ ਦੀ ਰਸਨਾ। ਔਰ ਜਿਹਦੀ ਮਨ ਦੀ ਰਸਨਾ ਸੁੱਚੀ ਹੋ ਜਾਂਦੀ ਹੈ, ਉਹਦੀ ਜ਼ੁਬਾਨ 'ਤੇ ਗਾਲ ਔਰ ਭੈੜੇ ਬੋਲ, ਫਿੱਕੇ ਬੋਲ, ਨਿੰਦਕ ਬੋਲ ਨਹੀਂ ਆਉਂਦੇ ਨੇ। ਇਹਦਾ ਮਤਲਬ ਹੋਇਆ, ਜਦੋਂ ਮੇਰਾ ਮਨ ਨੇ ਸੱਚ ਨੂੰ ਪਿੱਠ ਦਿੱਤੀ, ਸੱਚ ਨੂੰ ਇਗਨੋਰ ਕੀਤਾ। ਸੱਚ ਵਿੱਚ ਕੀ ਹੁੰਦਾ ਹੈ? ਚੰਗੇ ਗੁਣ। ਚੰਗੇ ਗੁਣਾਂ ਨੂੰ ਸੰਤ ਕਹਿੰਦੇ ਨੇ। ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨਹਾਰ। ਸੰਤ ਕੀ ਨਿੰਦਾ ਦਾ ਮਤਲਬ ਚੰਗੇ ਗੁਣਾਂ ਦੀ ਜੋ ਨਿੰਦਾ ਕਰਦਾ ਹੈ, ਚੰਗੇ ਗੁਣਾਂ ਨੂੰ ਜੋ ਪਿੱਠ ਦਿੰਦਾ ਹੈ, ਚੰਗੇ ਗੁਣਾਂ ਨੂੰ ਜੋ ਇਗਨੋਰ ਕਰਦਾ ਹੈ,
ਬੌਰ ਬੌਰ ਅਵਤਾਰ, ਉਹ ਆਪਣੇ ਚੰਗੇ ਗੁਣਾਂ ਤੋਂ ਥੱਲੇ ਡਿੱਗਦਾ ਜਾਂਦਾ ਹੈ, ਪਸ਼ੂਤਾ ਦੇ ਤਲ ਵਾਲਾ ਜੀਵਨ ਬਣ ਜਾਂਦਾ ਹੈ। ਕਿਸੇ ਮਨੁੱਖ ਨੂੰ ਸੰਤ ਨਹੀਂ ਕਹਿ ਰਹੇ ਨੇ। ਮਨੁੱਖਾਂ ਦੀ ਸ਼ਰਨ ਤੇ ਅਸੀਂ ਜਾਂਦੇ ਹੀ ਨਹੀਂ ਹਾਂ। ਬਾਣੀ ਸ਼ਬਦ ਗੁਰੂ ਦੀ ਸ਼ਰਨ ਦੱਸਿਆ, ਔਰ ਸ਼ਬਦ ਗੁਰੂ ਸਤਿਗੁਰ ਮੇਰਾ ਸਦਾ ਸਦਾ ਹੈ। ਸ਼ਬਦ ਗੁਰੂ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ ਹੈ। ਸ਼ਬਦ ਗੁਰੂ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਸ਼ਬਦ ਗੁਰੂ ਹਰ ਜਗ੍ਹਾ ਨਾਲ ਹੈ। ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ, ਸਾਚਾ ਸਿਰਜਣਹਾਰ ਜੀ ਉਹ ਸ਼ਬਦ ਗੁਰੂ। ਜਿਹੜੇ ਲੋਕੀ ਸ਼ਬਦ ਗੁਰੂ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਇਹ ਵਾਲੀ ਗੱਲ ਵੀ ਸਮਝ ਆ ਜਾਂਦੀ ਹੈ, ਗੁਰ ਕਾ ਬਚਨ ਬਸੈ ਜੀ ਨਾਲੇ। ਜਦੋਂ ਮੇਰੇ ਜੀ ਨਾਲ ਲੈ ਕੇ ਮੈਂ ਗੁਰੂ ਦੇ ਬਚਨ ਨੂੰ ਟੁਰ ਰਿਹਾ ਨਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਮੈਂ ਜਿੱਥੇ ਜਾਣਾ ਗੁਰੂ ਦਾ ਬਚਨ ਮੇਰੇ ਨਾਲ ਹੈ। ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨਹੀਂ ਡੁੱਬੈ, ਉਹ ਜਲ ਵਿੱਚ ਨਹੀਂ ਡੁੱਬ ਸਕਦਾ। ਤਸਕਰ ਨਹੀਂ ਲੇਵੈ, ਚੋਰ ਉਹਨੂੰ ਲੁੱਟ ਕੇ ਨਹੀਂ ਲਿਜਾ ਸਕਦਾ। ਭਾ ਨਾ ਸਾਕੈ ਜਲ, ਭਾ ਹੁੰਦਾ ਅੱਗ, ਅੱਗ ਉਹਨੂੰ ਸਾੜ ਨਹੀਂ ਸਕਦੀ। ਕਿਨੂੰ? ਸਾਰੇ ਬੋਲੋ ਕਿਨੂੰ? ਗੁਰ ਕੇ ਬਚਨ ਨੂੰ। ਗੁਰ ਕਾ ਬਚਨ ਜੀ ਨਾਲ ਸੰਵਾਦੀਦਾ ਹੈ। ਗੁਰ ਕਾ ਬਚਨ ਸਭ ਜਗ੍ਹਾ ਸਾਡੇ ਨਾਲ ਰਹਿੰਦਾ ਹੈ। ਠੀਕ, ਜਦੋਂ ਇਹ ਵਾਲੀ ਗੱਲ ਸਮਝ ਆਉਂਦੀ ਹੈ ਨਾ ਤਾਂ ਕਲੀਅਰ ਹੋ ਜਾਂਦਾ ਹੈ। ਗੁਰ ਕੇ ਬਚਨ ਨੂੰ ਅੱਗ ਨਹੀਂ ਲਾਈ ਜਾ ਸਕਦੀ, ਗੁਰ ਕਾ ਬਚਨ ਪਾਣੀ ਵਿੱਚ ਨਹੀਂ ਡੁੱਬਦਾ, ਗੁਰ ਕਾ ਬਚਨ ਕੋਈ ਲੁੱਟ ਕੇ ਨਹੀਂ ਲਿਜਾ ਸਕਦਾ। ਤੇ ਗੁਰ ਕੇ ਬਚਨ ਨੂੰ ਕੀ ਠੰਡ ਲੱਗ ਜਾਏਗੀ? ਗੁਰ ਕੇ ਬਚਨ ਨੂੰ ਕੀ ਗਰਮੀ ਲੱਗ ਜਾਏਗੀ? ਜਿਹੜੇ ਸਰੀਰਕ ਤਲ ਤੱਕ ਰਹਿੰਦੇ ਨੇ ਨਾ, ਉਹ ਸਮਝਦੇ ਨੇ ਗੁਰ ਕੇ ਬਚਨ ਨੂੰ ਸ਼ਾਇਦ ਗਰਮੀ ਲੱਗ ਜਾਏਗੀ, ਬਾਬਾ ਜੀ ਦੇ ਕਮਰੇ 'ਚ ਏਅਰ ਕੰਡੀਸ਼ਨਰ ਲਾਓ। ਉਹ ਸਮਝਦੇ ਨੇ ਗੁਰ ਕੇ ਬਚਨ ਨੂੰ ਸ਼ਾਇਦ ਠੰਡ ਲੱਗ ਜਾਏਗੀ, ਬਾਬਾ ਜੀ ਨੂੰ ਕੰਬਲ ਉਡਾ ਦਿਓ। ਭੁਲੇਖਾ ਹੈ ਨਾ। ਸ਼ਬਦ ਗੁਰੂ ਨੂੰ ਨਾ ਠੰਡ ਲੱਗਦੀ ਹੈ, ਨਾ ਸ਼ਬਦ ਗੁਰੂ ਨੂੰ ਅੱਗ ਲੱਗਦੀ ਹੈ, ਨਾ ਸ਼ਬਦ ਗੁਰੂ ਨੂੰ ਕੋਈ ਸਾੜ ਸਕਦਾ ਹੈ, ਨਾ ਸ਼ਬਦ ਗੁਰੂ ਦੀ ਕੋਈ ਬੇਅਦਬੀ ਕਰ ਸਕਦਾ ਹੈ। ਸ਼ਬਦ ਗੁਰੂ ਦੀ ਕੋਈ ਬੇਅਦਬੀ ਨਹੀਂ ਕਰ ਸਕਦਾ ਹੈ। ਲੇਕਿਨ ਜੇ ਮੈਂ ਸ਼ਬਦ ਗੁਰੂ ਨੂੰ, ਉਹਦੇ 'ਚੋਂ ਮਿਲਿਆ ਹੋਇਆ ਚੰਗਾ ਸੁਨਿਆ ਨੂੰ ਇਗਨੋਰ ਕਰਦਾ ਹਾਂ, ਇਹ ਮੇਰੇ ਵੱਲੋਂ ਇਗਨੋਰੈਂਸ ਹੈ। ਇਸ ਦਾ ਨੁਕਸਾਨ ਮੈਨੂੰ ਹੋਏਗਾ। ਅੱਛਾ, ਸਤਿਗੁਰ ਮੇਰਾ ਸਦ ਬੋਲੰਤਾ, ਹਰ ਵੇਲੇ ਬੋਲਦਾ ਹੈ। ਜੋ ਲੋਕੀ ਕਹਿੰਦੇ ਨੇ, ਮੈਂ ਲੋਕਾਂ ਦੀ ਗੱਲ ਸੁਣਾਵਾਂ। ਵੀਰ ਮੈਨੂੰ ਪੁੱਛਦੇ ਨੇ, ਵੀਰ ਜੀ ਅਸੀਂ ਰਾਤੀ ਸੁਖ ਆਸਨ ਕਿਉਂ ਕਰਦੇ ਹਾਂ? ਨਾਲ ਹੀ ਆਪ ਹੀ ਆਨਸਰ ਕਰਦੇ ਨੇ, ਅਸੀਂ ਸੁਖ ਆਸਨ ਇਸ ਕਰਕੇ ਕਰਦੇ ਹਾਂ ਕਿਉਂਕਿ ਰਾਤੀ ਅਸੀਂ ਸੋ ਜਾਂਦੇ ਹਾਂ, ਬਾਬਾ ਜੀ ਨੂੰ ਵੀ ਸੁਆ ਦਿੰਦੇ ਹਾਂ। ਵੈਰੀ ਸੌਰੀ, ਬਾਬਾ ਜੀ ਨੂੰ ਨਹੀਂ ਸੁਆਉਂਦੇ ਹਾਂ। ਬਾਬਾ ਜੀ ਨੂੰ ਸੁਆਉਂਦੇ ਔਰ ਜਗਾਉਂਦੇ ਨਹੀਂ ਆ। ਉਹਨੂੰ ਕੀ ਕਹਿੰਦੇ ਨੇ? ਪਾਤੀ ਤੋਰੇ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ। ਭੂਲੀ ਮਾਲ ਨਹੀਂ ਹੋਇਆ, ਸਤਿਗੁਰ ਜਾਗਤਾ ਹੈ ਦੇਓ। ਸਤਿਗੁਰ ਜਾਗਣ ਦੀ ਅਵਸਥਾ ਨੂੰ ਕੀ ਕਹਿੰਦੇ ਨੇ? ਉਹ ਹਮੇਸ਼ਾ ਮੈਨੂੰ ਜਿਹੜਾ ਸੁਨੇਹਾ ਦਿੰਦਾ ਹੈ ਨਾ, ਮੈਨੂੰ ਜਗਾ ਦਿੰਦਾ ਹੈ। ਮੈਨੂੰ ਮੋਹ ਦੀ, ਗਫਲਤ ਦੀ, ਅਵਗੁਣਾ ਦੀ, ਭਰਮ ਦੀ ਨੀਂਦਰ 'ਚੋਂ ਜਗਾ ਦਿੰਦਾ ਹੈ। ਸੋ ਅੰਗ ਮੁੜੇ ਮੁੜ ਜਾਏ ਦਾ ਮਤਲਬ ਕੀ ਹੋਏਗਾ? ਮੇਰੇ ਇਹ ਵਾਲੇ ਸਰੀਰਕ ਅੰਗਾਂ ਦੇ ਮੁੜਨ ਦੀ ਗੱਲ ਨਹੀਂ ਚੱਲ ਰਹੀ। ਬਾਹਰਲੇ ਸੁਪਰਫਲੂਅਸ ਸਰੀਰਕ ਤਲ ਤੇ ਇਸ ਸ਼ਬਦ ਦੇ ਅਰਥ ਨਹੀਂ ਲੈਣੇ ਨੇ, ਆਤਮਕ ਲੈਣੇ ਨੇ। ਕੰਤ ਕਹਿੰਦੇ ਨੇ ਰੱਬ ਜੀ ਨੂੰ, ਅੰਦਰ ਦੇ ਰੱਬ ਜੀ ਨੂੰ, ਜਿਨ੍ਹਾਂ ਨਾਲ ਮੇਰਾ ਮਨ ਇਕਮਿਕ ਹੋ ਗਿਆ ਹੈ। ਜਦੋਂ ਤੱਕ ਮਨ ਇਕਮਿਕ ਨਾ ਹੋਏ ਤਾਂ ਅਸੀਂ, ਸਾਡਾ ਮਨ ਤਨ ਭੰਗ ਹੋ ਜਾਂਦਾ ਹੈ। ਮਨ ਤਨ ਭੰਗ ਕਦੋਂ ਹੁੰਦਾ ਹੈ? ਜਦੋਂ ਅਸੀਂ ਸੱਚ ਸੁਣਨਾ ਛੋੜ ਦਿੰਦੇ ਹਾਂ। ਜਦੋਂ ਭੁਲੇਖਾ ਪੈ ਜਾਂਦਾ ਮੈਨੂੰ ਸਭ ਕੁਝ ਪਤਾ ਲੱਗ ਗਿਆ ਹੈ।
पब्बर तू हरियावला, पब्बर तू हरियावला, कमला कंचन वन, कमला कंचन वन, कै दोखड़े सड़ियो, काली होया देवरी, नानक मैं तन भंग, नानक मैं तन भंग, जित डिठे तन पर फुड़े, जाना पानी नाला, जैसे ती मेरा संग, जैसे ती मेरा संग, जित डिठे तन पर फुड़े, जित डिठे तन पर फुड़े, चढ़े चवगण वन, चढ़े चवगण वन, पब्बर तू हरियावला, पब्बर तू हरियावला। ਛੱਪੜ ਨੂੰ ਪੁੱਛਦੇ ਨੇ, ਇਹ ਗੱਲਾਂ ਅਸੀਂ ਬਾਰ-ਬਾਰ ਸਭ ਜਗ੍ਹਾ ਰਿਪੀਟ ਕਰਦੇ ਹਾਂ। ਛੱਪੜ ਨੂੰ ਗੁਰੂ ਸਾਹਿਬ ਪੁੱਛਦੇ ਨੇ, ਤੂੰ ਹਰਿਆਵਲਾ ਸੀ, ਤੇਰੇ ਅੰਦਰ ਫੁੱਲ ਖਿੜਦੇ ਸੀ, ਖੁਸ਼ਬੂ ਆਉਂਦੀ ਸੀ, ਤੇਰਾ ਪਾਣੀ ਸਾਫ਼ ਸੀ। ਪੱਬਰ ਤੂੰ ਹਰਿਆਵਲਾ, ਕੰਵਲਾ ਕੰਚਨ ਵਨ, ਕੰਵਲ ਵਰਗੇ ਫੁੱਲ ਖਿੜਦੇ ਸਨ। ਕਹਿ ਦੋਖੜਾ ਸੜੇ ਹੋਏ, ਕੀ ਤੂੰ ਦੋਸ਼ ਕੀਤਾ ਹੈ ਜੋ ਸੜ ਗਿਆ ਹੈ? ਫੁੱਲ ਸੜ ਗਏ ਨੇ, ਖੁਸ਼ਬੂ ਆਉਂਦੀ ਨਹੀਂ, ਤੇਰੇ ਅੰਦਰ ਕਾਈ ਪੈ ਗਈ ਹੈ, ਬਦਬੂ ਆਉਂਦੀ ਹੈ, ਜਾਲਾ ਪੈ ਗਿਆ, ਮੱਛਰ ਪੈ ਗਏ ਨੇ। ਅਸੀਂ ਚੰਗੇ ਭੱਲੇ ਹੁੰਦੇ ਹਾਂ, ਸਾਡੀਆਂ ਆਦਤਾਂ ਵਿਗੜਦੀਆਂ ਜਾਂਦੀਆਂ, ਲੋਕੀ ਸਾਡੇ ਨੇੜੇ ਨਹੀਂ ਬਹਿਣਾ ਚਾਹੁੰਦੇ ਨੇ, ਲੋਕਾਂ ਨੂੰ ਸਾਡੇ ਨਾਲ ਗੱਲ ਕਰਨ ਤੋਂ ਡਰ ਲੱਗਦਾ ਹੈ, ਲੋਕਾਂ ਦੀ ਸਾਡੇ ਨਾਲ ਦੂਰੀ ਵੱਧਦੀ ਜਾਂਦੀ ਹੈ, ਘਰ ਦੇ ਮੈਂਬਰਸ ਤੋਂ ਲੈ ਕੇ ਬਰਾਦਰੀ ਔਰ ਸਭ ਜਗ੍ਹਾ। ਯਾਰ ਉਹਦੇ ਕੋਲ ਕੀ ਬਹਿਣਾ, ਹਰ ਵੇਲੇ ਆਪਣੇ ਰੋਣੇ ਸ਼ੁਰੂ ਕਰ ਦੇਗਾ। ਯਾਰ ਉਹਦੇ ਕੋਲ ਕੀ ਬਹਿਣਾ, ਹਰ ਵੇਲੇ ਕੰਪਲੇਂਟਸ ਹੀ ਕਰਦਾ ਰਹਿੰਦਾ ਹੈ। ਯਾਰ ਉਹਦੇ ਕੋਲ ਕੀ ਬਹਿਣਾ, ਸ਼ਿਕਾਇਤਾਂ ਹੀ ਕਰਦਾ ਰਹਿੰਦਾ। ਘਰਾਂ ਵਿੱਚ ਹੁੰਦਾ ਪਤਨੀ ਇੰਝ ਹੀ ਗੱਲਾਂ ਕਰਦੀਆਂ, ਕੀ ਪਤੀ ਕੋਲ ਬਹਿਣਾ, ਹਰ ਵੇਲੇ ਆਪਣੇ ਹੋਈਓ ਕਰਦਾ ਰਹਿੰਦਾ। ਕਈ ਪਤੀ ਕਹਿੰਦੇ ਨੇ ਹਰ ਵੇਲੇ ਜਦੋਂ ਵੀ ਵਹੁਟੀ ਕੋਲ ਬੈਠੋ ਆਪਣੇ ਰੋਣੇ ਸ਼ੁਰੂ ਕਰ ਦਿੰਦੀ ਹੈ। ਇਸ ਤਰੀਕੇ ਦੇ ਨਾਲ ਸਾਡੇ ਅਸੀਂ ਅਵਗੁਣ ਇਕੱਠੇ ਕਰਦੇ ਜਾਂਦੇ ਹਾਂ। ਪੱਬਰ ਤੂੰ ਹਵਰਿਆਲਾ, ਕਵਲਾ ਕੰਚਨ ਵਨ, ਕਹਿ ਦੋਖੜੇ ਸੜੇ ਹੋਏ, ਕਾਦੀ ਹੋਈ ਆ ਦੇਵਰੀ, ਨਾਨਕ ਮੈਂ ਤਨ ਭੰਗ। ਮਨ ਤਨ ਭੰਗ ਹੋ ਜਾਂਦਾ ਹੈ। ਜਦੋਂ ਮਨ ਤਨ ਭੰਗ ਹੋ ਜਾਂਦਾ ਨਾ, ਸਾਰੇ ਇਹ ਸਾਡੇ ਜਿਹੜੇ ਅੰਗ ਨੇ ਨਾ, ਇਹ ਅੰਦਰ ਵਸਦੇ ਰੱਬ ਜੀ ਦੇ ਨਾਲ ਇੱਕ ਮਿਕ ਜਿਹੜਾ ਸਾਡਾ ਮਨ ਹੋ ਗਿਆ, ਉਹਦਾ ਕਹਿਣਾ ਨਹੀਂ ਮੰਨਦੇ ਨੇ। ਅੱਖਾਂ ਕੁਛ ਕਰਨਾ ਚਾਹੁੰਦੀਆਂ, ਕੰਨ ਕੁਛ ਕਰਨਾ ਚਾਹੁੰਦੇ ਨੇ, ਜੀਭ ਕੁਛ ਕਰਨਾ ਚਾਹੁੰਦੀ ਹੈ। ਅਸੀਂ ਕਹਿੰਦੇ ਮੈਂ ਕਹਿਣਾ ਕੁਛ ਹੋਰ ਚਾਹੁੰਦਾ ਸੀ, ਜ਼ੁਬਾਨ ਤੋਂ ਕੁਛ ਹੋਰ ਨਿਕਲ ਗਿਆ। ਨੋ, ਆਈ ਐਕਚੁਅਲੀ ਡਿਡ ਨਾਟ ਮੀਨ ਦਿਸ। ਸਲਿਪ ਆਫ ਟੰਗ ਹੋ ਗਿਆ, ਗਾਲ ਨਿਕਲ ਗਈ ਮੇਰੇ ਕੋਲ, ਉਸ ਵੇਲੇ ਮੈਂ ਉੱਚਾ ਬੋਲ ਗਿਆ। ਇਸ ਤਰੀਕੇ ਦੇ ਨਾਲ ਸਾਡੇ ਕੋਲ ਸਾਡੇ ਕਾਬੂ ਕੁਛ ਵੀ ਨਹੀਂ ਰਹਿੰਦਾ। ਮਨ ਤਨ ਭੰਗ ਹੋ ਜਾਂਦਾ ਹੈ। ਜਦੋਂ ਮਨ ਤਨ ਭੰਗ ਹੋ ਜਾਂਦਾ ਨਾ, ਉਸ ਅਵਸਥਾ ਨੂੰ ਕਹਿੰਦੇ ਨੇ ਸਾਰੇ ਅੰਗ ਸੱਚ ਤੋਂ ਮੁੜ ਗਏ ਨੇ। ਇਸ ਸ਼ਲੋਕ ਨੂੰ ਜਦੋਂ ਅਸੀਂ ਕੱਲ੍ਹ ਵਿਚਾਰ ਰਹੇ ਸੀ ਤਾਂ ਅਸੀਂ ਉੱਥੋਂ ਅੱਜ ਰੀਕੈਪ ਕਰ ਰਹੇ ਹਾਂ ਕਿ ਅਸੀਂ ਕੱਲ੍ਹ ਪੜ੍ਹਿਆ ਸੀ, ਪੁਲਾਵੜੇ ਪੁਲਾਵੜੇ ਪੁੱਲੀ ਪੁਲਾਵੜੇ ਪੁਲਾਵੜੇ ਪੁੱਲੀ ਪੁੱਲ ਪੁੱਲ ਪਛੋਤਾਣੀ।
ਭੁੱਲ ਭੁੱਲ ਪੀਰ ਛੋੜ ਅੜੀ ਸੁੱਤੀ ਪੀਰ ਛੋੜ ਅੜੀ ਸੁਤੀ ਪੀਰ ਕੀ ਸਾਰ ਨ ਜਾਣੀ ਪੀਰ ਕੀ ਸਾਰ ਨਾ ਜਾਣੀ ਪੀਰ ਕੀ ਸਾਰ ਨ ਜਾਣੀ ਪੀਰ ਕੀ ਸਾਰ ਨਾ ਜਾਣੀ ਪੀਰ ਕੀ ਸਾਰ ਨ ਜਾਣੀ ਪੀਰ ਕੀ ਸਾਰ ਨਾ ਜਾਣੀ ਪੀਰ ਛੋੜ ਅੜੀ ਸੁੱਤੀ ਪੀਰ ਕੀ ਸਾਰ ਨ ਜਾਣੀ ਭੁਲਾਵੜੇ ਭੁਲਾਵੜੇ ਭੁੱਲੀ ਭੁਲਾਵੜੇ ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ ਭੁੱਲ ਭੁੱਲ ਪਛੋਤਾਣੀ ਮੈਂ ਭੁੱਲਦਾ ਹਾਂ ਮੈਂ ਭੁੱਲਦੀ ਹਾਂ ਮੇਰੇ ਅੰਗ ਭੁੱਲਦੇ ਨੇ ਸੱਚ ਤੋਂ ਮੂੰਹ ਮੋੜਦੇ ਨੇ ਭੁੱਲ ਭੁੱਲ ਪਛੋਤਾਣੀ ਕਿਸ ਤਰ੍ਹਾਂ ਕਦੋਂ ਪਿਰ ਛੋੜੇ ਅੜੀ ਸੁੱਤੀ ਪਿਰ ਕੌਣ ਹੈ ਰੱਬ ਜੀ ਨਾਲ ਇੱਕਮਿਕ ਮੇਰਾ ਮਨ ਜਦੋਂ ਮੇਰੇ ਤਨ ਦੇ ਅੰਦਰ ਦੀ ਗੱਲ ਸ਼ੁਰੂ ਹੋਏਗੀ ਸਾਰੀ ਦੁਨੀਆ ਵਾਸਤੇ ਪਿਰ ਰੱਬ ਜੀ ਨੇ ਇੱਕ ਹੈ ਪੁਰਖ ਸਬਾਈ ਨਾਰ ਲੇਕਿਨ ਜਦੋਂ ਮੇਰੇ ਤਨ ਦੀ ਗੱਲ ਆਏਗੀ ਤਾਂ ਮੇਰੇ ਤਨ ਦੇ ਅੰਦਰ ਇੱਕ ਹੈ ਪੁਰਖ ਕੌਣ ਹੈ ਮੇਰਾ ਮਨ ਇਹ ਸਾਰੇ ਜਿਹੜੇ ਅੰਗ ਨੇ ਇਹ ਸਬਾਈ ਨਾਰ ਨੇ ਮੇਰਾ ਇੱਕ ਇੱਕ ਰੋਮ ਇੱਕ ਇੱਕ ਅੰਗ ਇਹ ਸਾਰੇ ਇਸ ਦੀਆਂ ਪਤਨੀਆਂ ਨੇ ਜਿਸ ਤਰ੍ਹਾਂ ਇਹ ਕਹਿੰਦਾ ਹੈ, ਉਸ ਤਰ੍ਹਾਂ ਸਾਰੇ ਟੁੱਟਦੇ ਨੇ ਲੇਕਿਨ ਜੇ ਇਹਦੀ ਗੱਲ ਮਤ ਨਾ ਮੰਨੇ ਤਾਂ ਮਨ ਤਨ ਭੰਗ ਰਹਿੰਦਾ ਹੈ ਸੋ ਅਲਟੀਮੇਟਲੀ ਮਨ ਜੋ ਕਹਿੰਦਾ ਹੈ ਉਹ ਮਤ ਕਰੇ ਔਰ ਮਤ ਤੋਂ ਸਾਰੇ ਅੰਗਾਂ ਨੂੰ ਚੰਗੇ ਵਾਲਾ ਸੁਨਿਆ ਮਿਲੇ ਤਾਂ ਮਾਨੋ ਜਾਗ ਰਹੇ ਹਾਂ ਪਿਰ ਛੋੜ ਅੜੀ ਸੁੱਤੀ ਦਾ ਮਤਲਬ ਹੈ ਮੈਂ ਸੱਚ ਦੇ ਨਾਲ ਇਗਨੋਰੈਂਟ ਹੋ ਕੇ ਪਿਆ ਹੋਇਆ ਹਾਂ ਸੱਚ ਮੇਰੇ ਕੋਲ ਹੈ ਸਾਡੇ ਕੋਲ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਪਾਠ ਕਰਦੇ ਆ ਨਾ ਸਾਡੇ ਘਰਾਂ ਦੇ ਵਿੱਚ ਸਾਡੇ ਮਾਪਿਓ ਹੈ ਨਾ ਉਹ ਚੰਗਾ ਗੱਲ ਦੱਸਦੇ ਨੇ ਨਾ ਪਰ ਅਸੀਂ ਪਿਰ ਛੋੜ ਜਿਹੜੀ ਸੁੱਤੀ ਅਵਸਥਾ ਕਿਸ ਤਰ੍ਹਾਂ ਉਸ ਵੇਲੇ ਹੁੰਦੇ ਆ ਕਬੀਰ ਬਾਂਸ ਵਡਾਈ ਬੁੱਢਿਆ ਇਉ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ ਸਾਡੇ ਸਭ ਦੇ ਘਰਾਂ ਵਿੱਚ ਨਾਨਾ ਨਾਨੀ ਦਾਦਾ ਦਾਦੀ ਚਾਚਾ ਚਾਚੀ ਤਾਇਆ ਤਾਈ ਭੈਣ ਭਰਾ ਮਾਂ ਪਿਓ ਇਹ ਸਾਰੇ ਸਾਨੂੰ ਚੰਗੀ ਗੱਲ ਸੁਣਾਉਂਦੇ ਨੇ ਅਸੀਂ ਸੁਣਦੇ ਹੀ ਨਹੀਂ ਅਸੀਂ ਬਾਂਸ ਬਣ ਜਾਂਦੇ ਹਾਂ ਉਹਨੂੰ ਪਿਰ ਛੋੜ ਜਿਹੜੀ ਸੁੱਤੀ ਦੀ ਅਵਸਥਾ ਹੀ ਕਹਿੰਦੇ ਨੇ ਜਦੋਂ ਵੀ ਮੈਂ ਸੱਚ ਨਹੀਂ ਲੈਣਾ ਚਾਹੁੰਦਾ ਹਾਂ ਮਾਨੋ ਮੈਂ ਆਪਣੇ ਸਾਰੇ ਅੰਗਾਂ ਨੂੰ ਸੱਚ ਤੋਂ ਪਿੱਠ ਦੇ ਦਿੱਤੀ ਹੈ ਸਾਰੇ ਅੰਗਾਂ ਨੂੰ ਸੱਚ ਤੋਂ ਮੂੰਹ ਮੋੜ ਲਿਆ ਹੈ ਹੁਣ ਆਪੇ ਸੋਚੋ ਕਿਸ ਪਾਸੇ ਮੂੰਹ ਮੋੜ ਲਿਆ ਹੈ ਅਵਗੁਣਾ ਵੱਲ ਅਵਗੁਣਾ ਨੂੰ ਗੁਰਬਾਣੀ ਵਿੱਚ ਜੀਂਦੇ ਜੀ ਜੰਮ ਕਹਿੰਦੇ ਨੇ ਮਰਨੇ ਕੇ ਬਾਅਦ ਵਾਲੇ ਜੰਮ ਦੀ ਗੱਲ ਨਹੀਂ ਚੱਲ ਰਹੀ ਜੀਂਦੇ ਜੀ ਅਵਗੁਣਾ ਨੂੰ ਜੰਮ ਕਹਿੰਦੇ ਹਨ ਅਵਗੁਣਾ ਵੱਲ ਮੂੰਹ ਕਰ ਲਿਆ ਹੈ ਗੁਣਾ ਵੱਲੋਂ ਮੂੰਹ ਮੋੜ ਲਿਆ ਹੈ ਪਰ ਐਟ ਪ੍ਰੈਜ਼ੈਂਟ ਸਾਡੀ ਸਭ ਦੀ ਹਾਲਤ ਇਹ ਬਣੀ ਹੋਈ ਹੈ ਕਿ ਅਸੀਂ ਸੱਚ ਦੀ ਗੱਲ ਸੁਣ ਨਹੀਂ ਰਹੇ ਹਾਂ ਪਤੀ ਦਾ ਇਹ ਅਹੰਕਾਰ ਹੈ ਕਿ ਮੈਂ ਪਤੀ ਹਾਂ ਇਸ ਕਰਕੇ ਮੈਂ ਪਤਨੀ ਦੀ ਚੰਗੀ ਗੱਲ ਹੋਏ ਤਾਂ ਨਹੀਂ ਸੁਣਨੀ ਉਸ ਨੂੰ ਬਚਪਨ ਤੋਂ ਆਦਤ ਪਈ ਹੋ ਗਈ ਹੈ ਕਿ ਮਾਂ ਪਿਓ ਚੰਗੀ ਗੱਲ ਸੁਣਾਉਂਦੇ ਸੀ ਨਹੀਂ ਸੁਣਦਾ ਸੀ ਉਹਨੂੰ ਕੀ ਕਹਿੰਦੇ ਨੇ ਪਿਰ ਛੋੜੇੜੀ ਸੁੱਤੀ ਪਿਰ ਕੀ ਸਾਰ ਨਾ ਜਾਣੀ ਦਾ ਮਤਲਬ ਕੀ ਹੈ ਉਹ ਜਿਹੜੇ ਗੁਣ ਦੱਸਦੇ ਨੇ ਉਹਨਾਂ ਗੁਣਾਂ ਦੇ ਨਾਲ ਕੀ ਜੀਵਨ ਬਣਦਾ ਹੈ ਉਹਦੀ ਸਮਝ ਨਹੀਂ ਹੈ ਅਸੀਂ ਬਾਣੀ ਚੋਂ ਬਾਣੀ ਦੇ ਅਰਥਾਂ ਨੂੰ ਲੱਭਣ ਦਾ ਯਤਨ ਕਰਦੇ ਹਾਂ ਅਸੀਂ ਕੱਲ੍ਹ ਇੱਥੋਂ ਸਮਝਿਆ ਸੋ ਭੁੱਲਦੇ ਹਾਂ ਬਾਰ-ਬਾਰ ਭੁੱਲਦੇ ਹਾਂ ਬਾਰ-ਬਾਰ ਅਵਗੁਣ ਕਰਕੇ ਬਾਰ-ਬਾਰ ਕਲਯੁਗ ਦੀ ਅਵਸਥਾ ਵਿੱਚ ਅਵਗੁਣ ਹੁੰਦੇ ਜਾਂਦੇ ਹਾਂ ਸੋ ਭੁਲਾਵੜੇ ਭੁੱਲੀ ਭੁੱਲ ਪੁੱਛੋ ਤਾਣੀ ਇਹਦੇ 'ਚ ਇੱਕ ਹੋਰ ਟੌਪਿਕ ਨਿਕਲ ਕੇ ਆਉਂਦਾ ਭੁੱਲੜ ਕਿਹਨੂੰ ਕਹਿੰਦੇ ਨੇ ਗੁਰਬਾਣੀ 'ਚ ਆਇਆ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ
ਇਸ ਦਾ ਮੈਨਾਂ ਕੀ ਹੋਇਆ? ਰੱਬ ਜੀ ਜਿਹੜਾ ਸੁਨੇਹਾ ਦਿੰਦੇ ਨੇ ਨਾ, ਉਹ ਸੁਨੇਹਾ ਪਰਫੈਕਟ ਹੈ। ਉਹ ਭੁਲਾਉਂਦਾ ਨਹੀਂ ਹੈ, ਉਹ ਭਰਮ ਵਿੱਚ ਨਹੀਂ ਪਾਉਂਦਾ, ਉਹ 99 ਦੇ ਗਦੀ ਗੇੜ ਵਿੱਚ ਨਹੀਂ ਪਾਉਂਦਾ, ਉਹ ਕੁੰਬਲ ਘੇਰੀਆਂ ਵਿੱਚ ਨਹੀਂ ਪਾਉਂਦਾ। ਸਾਨੂੰ ਨਹੀਂ ਭੁਲਾਉਂਦਾ। ਕਿਉਂ? ਕਿਉਂਕਿ ਰੱਬ ਜੀ ਪਰਫੈਕਟ ਨੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਹਦਾ ਮਤਲਬ ਗੁਰਮਤਿ ਵਿੱਚ ਗੁਰੂ ਕਰਤਾਰ ਦਾ ਕੌਨਸੈਪਟ ਹੈ ਕਿ ਉਹ ਜਿਹੜਾ ਤੈਨੂੰ ਸੁਨੇਹਾ ਦੇਵੇਗਾ ਨਾ, ਉਹ ਖਰਾ ਸੱਚ ਹੀ ਹੋਏਗਾ, ਸਹੀ ਹੀ ਹੋਏਗਾ, ਔਰ ਤੈਨੂੰ ਸਿੱਧੇ ਰਸਤੇ ਹੀ ਪਾਏਗਾ। ਤੈਨੂੰ ਖੁਆਰ ਨਹੀਂ ਹੋਣ ਦੇਗਾ, ਤੈਨੂੰ ਭੁੱਲਣ ਨਹੀਂ ਦੇਗਾ, ਤੈਨੂੰ ਮਿਸਗਾਈਡ ਨਹੀਂ ਹੋਣ ਦੇਗਾ, ਤੈਨੂੰ ਡਿਸਟਰਬ ਨਹੀਂ ਹੋਣ ਦੇਗਾ, ਤੈਨੂੰ ਸ਼ੋਰ ਸ਼ਾਟ, ਉਹਨੂੰ ਕਹਿੰਦੇ ਨੇ ਸਰ ਪਰ, ਸ਼ੋਰ ਸ਼ਾਟ ਤੈਨੂੰ ਆਨੰਦ ਹੀ ਦੇਗਾ, ਖੇੜਾ ਹੀ ਦੇਗਾ, ਵਿਗਾਸ ਹੀ ਦੇਗਾ। ਜਿਸ ਸੁਨੇ ਨੂੰ ਲੈ ਕੇ ਮੈਂ ਅਪਸੈਟ ਹੁੰਦਾ ਹਾਂ, ਉਹ ਭੁੱਲਣ ਵਾਲਾ ਸੁਨੇਹਾ ਹੈ। ਉਹ ਮੈਂ ਜਿੱਥੋਂ ਇਹ ਲਿਆ, ਉਹ ਭੁੱਲਣਹਾਰ ਹੈ। ਜਮਾ ਵਾਲੀ ਮੱਤ ਭੁੱਲਣਹਾਰ ਹੈ। ਰੱਬ ਅਤੇ ਸਤਿਗੁਰ ਕਦੇ ਨਹੀਂ ਭੁੱਲਦਾ। ਮੀਨਸ ਸਾਨੂੰ ਭੁੱਲਣ ਵਾਲਾ ਸੁਨੇਹਾ ਕਦੇ ਨਹੀਂ ਦਿੰਦਾ। ਇਹਨੂੰ ਕਹਿੰਦੇ ਨੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਮਨੁੱਖ ਭੁੱਲਦਾ ਹੈ ਸੱਚ ਦੇ ਸੁਨੇ ਨੂੰ ਇਗਨੋਰ ਕਰਕੇ। ਭੁਲਾਵੜੇ ਭੁੱਲੀ ਭੁੱਲ ਭੁੱਲ ਪਛਤਾਣੀ, ਉਹ ਵਾਲਾ ਕੰਮ ਕਰਕੇ ਫਿਰ ਗਿਲਟ ਫੀਲ ਕਰਦਾ ਹੈ, ਗਿਲਟੀ ਫੀਲ ਕਰਦਾ ਹੈ, ਪਛਤਾਉਂਦਾ ਹੈ। ਉਹਨੂੰ ਭੁੱਲਣ ਵਾਲਾ ਸੁਨੇਹਾ ਕਹਿੰਦੇ ਨੇ। ਭੁਲਾਵੜੇ ਭੁੱਲੀ ਭੁੱਲ ਭੁੱਲ ਪਛਤਾਣੀ, ਫਿਰ ਛੋੜ ਜੜੀ ਸੁੱਤੀ, ਫਿਰ ਕੀ ਸਾਰ ਨਾ ਜਾਣੀ। ਸੋ ਅਸੀਂ ਸੁੱਤੇ ਜਦੋਂ ਹੁੰਦੇ ਹਾਂ, ਉਹਦੀ ਅਵਸਥਾ ਨੂੰ ਕਹਿੰਦੇ ਨੇ ਜਿਸ ਵੇਲੇ ਔਗੁਣਾ ਦੀ ਪ੍ਰੈਕਟਿਸ ਕਰਦੇ ਹਾਂ, ਮਾਨੋ ਸੋ ਰਹੇ ਹੈ, ਦਿਨ में भी ਸੋ ਰਹੇ ਹੈ। ਨਾਨਕ ਸੁੱਤੀ ਪਈ ਹੈ, ਜਾਣ ਵਿਰਤੀ ਸਨ। ਵਿਰਤੀ ਕੀ ਹੁੰਦਾ ਹੈ? ਵਿਰਤੀ ਹੁੰਦਾ ਬਿਨਾਂ ਰਾਤਰੀ ਤੋਂ। ਵਿਰਤੀ ਹੁੰਦਾ ਚਾਨਣੇ ਵਿੱਚ। ਚੜ੍ਹੇ ਦਿਨ ਦਿਹਾੜੇ ਮੈਂ ਲੁੱਟਿਆ ਗਿਆ, ਚੜ੍ਹੇ ਦਿਨ ਦਿਹਾੜੇ ਮੈਂ ਸੁੱਤੀ ਰਹੀ। ਮੀਨਸ ਜਾਗਦਿਆਂ ਹੋਇਆ, ਇਹਨਾਂ ਅੱਖਾਂ ਦੇ ਨਾਲ ਜਾਗਦਿਆਂ ਵੀ ਲੁੱਟੇ ਜਾਣਾ। ਇਹਦਾ ਮਤਲਬ ਜਦੋਂ ਇਹਨਾਂ ਅੱਖਾਂ ਦੇ ਨਾਲ ਜਾਗਦਿਆਂ ਲੁੱਟੇ ਜਾਂਦੇ ਆ ਨਾ, ਉਸ ਅਵਸਥਾ ਨੂੰ ਸੁੱਤੀ ਦੀ ਅਵਸਥਾ ਕਹਿੰਦੇ ਨੇ। ਉਸ ਅਵਸਥਾ ਨੂੰ ਨੈਗੇਟਿਵ ਸੈਂਸ ਵਿੱਚ ਨੀਂਦ ਕਹਿੰਦੇ ਨੇ। ਕੱਲ੍ਹ ਅਸੀਂ ਪੜ੍ਹਿਆ ਸੀ ਜਾਗਣ ਤੇ ਸੁਪਨਾ ਭਲਾ। ਉਹ ਨੀਂਦ ਕਿਹੜੀ ਹੈ? ਉਹ ਚੰਗੇ ਵਾਲੀ ਨੀਂਦ ਹੈ। ਜਦੋਂ ਅਸੀਂ ਪੜ੍ਹਦੇ ਹਾਂ ਨਾ, ਆਏ ਸੁਪਨੇ ਆਇਆ ਵੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾ ਕੋਏ। ਆਓ ਸੁਭਾਗੀ ਨੀਂਦੜੀਏ। ਇਹ ਕਿਹੜੀ ਨੀਂਦ ਹੈ? ਇਹ ਅੱਖਾਂ ਨਾਲ ਬੰਦ ਕਰਕੇ ਰਾਤੀ 10-11 ਵਜੇ ਸੋ ਜਾਣ ਵਾਲੀ ਨੀਂਦ ਦੀ ਗੱਲ ਨਹੀਂ ਚੱਲ ਰਹੀ। ਸਾਰਾ ਸ਼ਬਦ ਆਤਮਕ ਤਲ ਤੇ ਹੈ। ਔਰ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾ ਸੋਏ। ਇਹ ਸੁਭਾਗੀ ਨੀਂਦ ਕੀ ਹੈ? ਕਿ ਮੈਂ ਦਿਨੇ ਵੀ ਰਾਤੀ ਵੀ ਜਾਗਰਤ ਅਵਸਥਾ ਵਿੱਚ ਰਵਾਂ। ਸੁਪਨੇ ਵਿੱਚ ਜਦੋਂ ਮੈਂ ਔਗੁਣਾ ਦੇ ਕਾਰਨ ਲੁੱਟਿਆ ਜਾਂਦਾ ਹਾਂ ਦਿਨ ਵਿੱਚ ਵੀ, ਤਾਂ ਇਹਨੂੰ ਸੁਪਨਾ ਕਹਿੰਦੇ ਨੇ। ਲੇਕਿਨ ਸੁਪਨੇ ਹੂੰ ਬਰੜਾਏ ਕੇ ਜੈ ਮੁਖ ਨਿਕਸੇ ਰਾਮ। ਜੇ ਮੈਂ ਇਸ ਸੁੱਤੀ ਹੋਈ ਅਵਸਥਾ ਦੇ ਅੰਦਰ ਵਿਜ਼ਡਮ ਲੈ ਲਵਾਂ ਤਾਂ ਮੇਰਾ ਜੀਵਨ ਬਦਲ ਜਾਏਗਾ। ਦੈਟ ਮੀਨਸ ਦਿਹਾੜ ਵਿੱਚ ਵੀ ਜਾਗਦਿਆਂ ਹੋਇਆਂ ਸ਼ੇਖ ਚਿੱਲੀ ਵਾਲੇ ਪਲਾਓ ਮਨਸੂਬੇ ਬਣਾਉਂਦੇ ਰਹਿਣਾ, ਔਰ ਔਗੁਣਾ ਦੇ ਵਿੱਚ ਜੀਣਾ ਨੀਂਦ ਦੀ ਅਵਸਥਾ ਹੈ। ਔਗੁਣਾ ਵਿੱਚ ਜੀਣਾ ਸੁਪਨਿਆਂ ਦੀ ਅਵਸਥਾ ਹੈ। ਔਰ ਔਗੁਣਾ ਵਿੱਚ ਜੀਣਾ ਪਲ ਭਰ ਦੇ ਸੁੱਖਾਂ ਦੇ ਵਿਚਕਾਰ ਫਸੇ ਰਹਿਣ ਦਾ ਸੁਪਨਾ ਹੈ। ਕਿਉਂਕਿ ਜੋ ਹੀ ਸੁਪਨਾ ਟੁੱਟਦਾ ਹੈ ਤਾਂ ਅਸੀਂ ਕਹਿੰਦੇ ਹਾਏ ਕਿਤਨਾ ਅੱਛਾ ਸੁਪਨਾ था, हाथ से चला गया। ਇਹ ਜੀ ਕਹਿੰਦੇ ਆ ਨਾ, ਹਾਏ ਇਹ ਕਿਆ ਹੋ ਗਿਆ, ਅੱਛਾ ਲੱਗ ਰਹਾ था, क्यों जगा दिया मेरे को, ਇੰਜ ਕਹਿੰਦੇ ਆ ਨਾ। ਸੋ ਸੁਪਨੇ ਦੀ ਅਵਸਥਾ। ਲੇਕਿਨ ਅੱਜ ਨਾ ਸੁੱਤੀ ਕੰਧ ਸਿਉਂ ਦਾ ਮਤਲਬ ਕੀ ਹੈ? ਮੈਂ ਆਪਣੇ ਅੰਦਰ ਵਸਦੇ ਰੱਬ ਜੀ ਦੇ ਨਾਲ ਜਾਗਰਤ ਅਵਸਥਾ ਵਿੱਚ ਨਹੀਂ ਆਇਆ, ਨਹੀਂ ਆਈ।
ਆਈ ਕੌਣ? ਮੱਤ। ਮੇਰੀ ਮੱਤ ਕਹਿ ਰਹੀ ਹੈ। ਇਹਨੂੰ ਕੰਤ ਕਹਿੰਦੇ ਨੇ। ਅਸੀਂ ਜਦੋਂ ਲਾਵਾਂ ਪੜ੍ਹਦੇ ਹਾਂ ਤਾਂ ਲਾਵਾਂ ਵਾਲੇ ਦਿਨਾਂ ਵਿਚਕਾਰ ਅਸੀਂ ਉਸ ਦਿਨ ਸ਼ਬਦ ਪੜ੍ਹਦੇ ਹਾਂ ਨਾ, ਧਨ ਪਿਰ ਇਹ ਨਾ ਆਖੀਏ ਬੈਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧਨ ਪਿਰ ਕਹੀਏ ਸੋਏ। ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਹਮੇਸ਼ਾ ਐਸੇ ਸ਼ਬਦਾਂ ਨੂੰ ਸਰੀਰਕ ਤਲ ਤੇ ਰੱਖਿਆ, ਲੇਕਿਨ ਹੈ ਉਹ ਅੰਦਰ ਦੀ ਅਵਸਥਾ। ਧਨ ਇਹਨੂੰ ਕਹਿੰਦੇ ਨੇ, ਮੱਤ ਨੂੰ, ਪਿਰ ਇਹਨੂੰ ਕਹਿੰਦੇ ਨੇ। ਦੋਨਾਂ ਦੀ ਬਣਦੀ ਨਹੀਂ ਹੈ। ਧਨ ਪਿਰ ਇਹ ਨਾ ਆਖੀਏ ਬੈਨ ਇਕੱਠੇ ਹੋਏ, ਏਕ ਜੋਤ। ਜੇ ਦੋਨੋਂ ਇੱਕ ਰੱਬ ਜੀ ਦਾ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇੱਕ ਜੋਤ ਰੱਬ ਜੀ ਦੀ ਮੱਤ ਨੂੰ ਲੈ ਲੈਣ, ਏਕ ਜੋਤ ਦੋਇ ਮੂਰਤੀ ਧਨ ਪਿਰ ਕਹੀਏ ਸੋਏ, ਦੋਨੋਂ ਵਿਆਹੇ ਜਾਂਦੇ ਨੇ। ਮੇਰੀ ਮੱਤ ਮੇਰੇ ਨਿਜ ਘਰ ਦੇ ਅੰਦਰ ਵਸਦੇ ਰੱਬ ਜੀ ਨਾਲ ਵਿਆਹੀ ਜਾ ਸਕਦੀ ਹੈ ਜਦੋਂ ਮੇਰਾ ਮਨ ਉਹਦੇ ਨਾਲ ਇੱਕ ਹੋ ਜਾਏ ਔਰ ਮੇਰੀ ਮੱਤ ਉਸ ਪਾਸੇ ਟੁਰ ਪਵੇ। ਇਹਦਾ ਮਤਲਬ ਜਦੋਂ ਅਵਗੁਣਾ ਵੱਲੋਂ ਅਸੀਂ ਸੋਣਾ ਹੈ ਨਾ, ਉਹਨੂੰ ਜਾਗਰਤ ਅਵਸਥਾ ਕਹਿੰਦੇ ਨੇ। ਪਰ ਲਫ਼ਜ਼ ਕੀ ਵਰਤਿਆ ਗਿਆ? ਅੱਜ ਨਾ ਸੁੱਤੀ ਕੰਤ ਸਿਉ। ਮੈਂ ਅਵਗੁਣਾ ਵੱਲੋਂ ਨਹੀਂ ਸੁੱਤੀ, ਮੈਂ ਅਵਗੁਣ ਕਰਦਾ ਰਹਿੰਦਾ ਹਾਂ 24 ਘੰਟੇ। ਅਵਗੁਣਾ ਵੱਲੋਂ ਮੈਨੂੰ ਨੀਂਦ ਆਈ ਨਹੀਂ। ਉਹਨੂੰ ਕਿਸ ਤਰ੍ਹਾਂ ਕਹਿੰਦੇ ਨੇ? ਜਦੋਂ ਤੁਸੀਂ ਕਦੀ ਦੇਖੋ ਕੋਈ ਵੀ ਮਨੁੱਖ ਕੋਈ ਅਵਗੁਣ ਕਰੇਗਾ ਨਾ, ਬੜਾ ਚੇਤਨ ਹੋ ਕੇ ਕਰੇਗਾ। ਦੇਖੋ ਚੋਰ ਰਾਤ ਦੇ ਹਨੇਰੇ ਵਿੱਚ ਕੁਛ ਵੀ ਨਜ਼ਰ ਨਹੀਂ ਆ ਰਿਹਾ, ਬੜਾ ਚੇਤਨ ਹੈ, ਪਤਾ ਨਹੀਂ ਕਿਹੜੀਆਂ ਅੱਖਾਂ ਉਹਦੀਆਂ ਕੰਮ ਕਰ ਰਹੀਆਂ ਨੇ। ਉਹਨੇ ਸ਼ੂਜ਼ ਪਾਏ ਹੋਏ ਨੇ ਜਾਂ ਨੰਗੇ ਪੈਰ ਹੈ, ਇਸ ਤਰ੍ਹਾਂ ਟੁਰਦਾ ਹੈ, ਆਵਾਜ਼ ਨਹੀਂ ਆਉਣ ਦਿੰਦਾ, ਹਨੇਰੇ ਵਿੱਚ ਜਾ ਰਿਹਾ ਹੈ। ਅਲਮਾਰੀ ਵੀ ਖੋਲ ਲਈ, ਪਤਾ ਨਹੀਂ ਕਿਸ ਤਰ੍ਹਾਂ ਦੂਸਰਿਆਂ ਦੇ ਘਰਾਂ ਦੇ ਬੈਡਰੂਮ ਅੰਦਰ ਵੜ ਗਿਆ, ਅਲਮਾਰੀ ਦੇ ਅੰਦਰ ਚਾਬੀ ਵੀ ਲਗਾ ਲਈ। ਇਹਨਾਂ ਅੱਖਾਂ ਦੀ ਨਹੀਂ ਗੱਲ ਚੱਲ ਰਹੀ, ਇਹ ਕੋਈ ਹੋਰ ਅੱਖਾਂ ਨੇ। ਉਸ ਦੀ ਅਵਗੁਣ ਕਰਨ ਵੇਲੇ ਚੇਤਨਤਾ ਦੀ ਅੱਖਾਂ ਨੇ, ਲੇਕਿਨ ਇਸ ਪਾਸੋਂ ਸੌਂਦਾ ਨਹੀਂ ਹੈ। ਕਾਸ਼ ਇਹ ਵਾਲੀਆਂ ਅੱਖਾਂ ਬੰਦ ਹੋਣ, ਜਿਨ੍ਹਾਂ ਅੱਖਾਂ ਦੇ ਨਾਲ, ਜਿਨ੍ਹਾਂ ਕੰਨਾਂ ਦੇ ਨਾਲ, ਜਿਨ੍ਹਾਂ ਜੀਭਾਂ ਦੇ ਨਾਲ ਅਸੀਂ ਨਿੰਦਾ ਕਰਦੇ ਹਾਂ, ਜਿਨ੍ਹਾਂ ਕੰਨਾਂ ਦੇ ਨਾਲ ਨਿੰਦਾ ਸੁਣਦੇ ਹਾਂ, ਜਿਸ ਜੀਭ ਦੇ ਨਾਲ ਭੈੜੇ ਬੋਲ ਬੋਲਦੇ ਹਾਂ, ਇਸ ਪਾਸੋਂ ਸੌ ਜਾਣਾ। ਅੱਜ ਨਾ ਸੁੱਤੀ ਕੰਸਿਓ ਅੰਗ ਮੁੜੇ ਮੁੜ ਜਾਏ। ਮੈਂ ਇਸ ਸ਼ਲੋਕ ਨੂੰ ਵਿਚਾਰਨ ਵੇਲੇ ਕੁਝ ਪੁਆਇੰਟਸ ਸਾਂਝ ਕੀਤੇ ਜਿਹੜੇ ਕਿ ਅਸੀਂ ਕਰਾਂਗੇ। ਦੁਹਾਗਣ, ਸੁੱਤੀ, ਕੰਤ, ਅੰਗ ਮੁੜੇ ਮੁੜ ਜਾਏ, ਇਹ ਸਾਰੀਆਂ ਕੁਝ ਟਰਮਸ ਮੈਂ ਤੁਹਾਡੇ ਨਾਲ ਸਾਂਝ ਕੀਤੀਆਂ ਨੇ। ਮੈਂ ਸਾਂਝ ਬਿਲਕੁਲ ਵੀ ਗੁਰਬਾਣੀ ਤੋਂ ਬਾਹਰ ਜਾ ਕੇ ਨਹੀਂ ਕਰ ਰਿਹਾ ਵਾਂ, ਗੁਰਬਾਣੀ ਦੇ ਦਾਇਰੇ ਵਿੱਚ ਰਹਿ ਕੇ ਕਰ ਰਿਹਾ ਵਾਂ ਔਰ ਆਪਣੇ ਸਰੀਰਕ ਤਲ ਦੇ ਬਦਲੇ ਆਤਮਿਕ ਤਲ 'ਤੇ ਸਮਝਣ ਦੀ ਗੱਲ ਕਰ ਰਿਹਾ ਵਾਂ, ਤਾਂ ਕਿ ਆਤਮਿਕ ਤਲ 'ਤੇ ਅਸੀਂ ਆਪਣੇ ਸਤਿਗੁਰ ਜਾਗਤਾ ਹੈ ਦਿਓ ਦੇ ਨਾਲ ਜੁੜ ਸਕੀਏ। ਸੋ ਅੱਜ ਦਾ ਮਤਲਬ, ਜਿਸ ਪਲ ਖੁਆਰੀ ਵਿਛੋੜੇ ਦੀ ਆਫਟਰ ਇਫੈਕਟ ਦਾ ਦੁੱਖ ਦਰਦ ਮਹਿਸੂਸ ਹੋ ਜਾਵੇ। ਸੁੱਤੀ, ਜਾਗਣ ਤੇ ਸੁਪਨਾ ਭਲਾ ਵਾਲੀ ਅਵਸਥਾ, ਉਸ ਅਵਸਥਾ ਵਿੱਚ ਅਸੀਂ ਕਹਿੰਦੇ ਨੇ, ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਣਾ ਪਿਰ ਮਿਲਿਆ, ਮੈਨੂੰ ਐਸੀ ਨੀਂਦ ਚੰਗੀ। ਜੇ ਅਸੀਂ ਸਵੇਰੇ ਉੱਠੀਏ ਅੱਛੀ ਗੱਲ ਹੈ, ਅੰਮ੍ਰਿਤ ਵੇਲੇ ਉੱਠੀਏ ਅੱਛੀ ਗੱਲ ਹੈ, ਪਰ ਜੇ ਉੱਠ ਕੇ ਕਹੀਏ ਇਹ ਸੁੱਤੇ ਰਹਿੰਦੇ ਨੇ, ਇਹ ਨਰਕਾਂ ਨੂੰ ਜਾਣਗੇ, ਇਹ ਪਾਗਲ ਨੇ, ਇਹ ਜਾਗਦੇ ਕਿਉਂ ਨਹੀਂ ਨੇ, ਦੂਜਿਆਂ ਨੂੰ ਲਾਂਤਾ ਪਾਈਏ, ਤਾਂ ਸਾਡਾ ਉਹ ਜਾਗਣਾ ਬੇਕਾਰ ਹੈ। ਔਰ ਇੱਕ ਮੁੰਡੇ ਨੇ ਮੈਨੂੰ ਦੱਸਿਆ ਕਿ ਮੇਰਾ ਪਾਪਾ ਮੈਨੂੰ ਕਹਿੰਦਾ ਸੀ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ, ਕਿਤਨੇ ਸਾਲ ਮੈਨੂੰ ਕਹਿੰਦਾ ਰਿਹਾ, ਅਲਟੀਮੇਟਲੀ ਮੈਂ ਆਪਣੇ ਪਾਪੇ ਦੀ ਗੱਲ ਮੰਨ ਗਿਆ ਔਰ ਮੈਂ ਜਦੋਂ ਅੰਮ੍ਰਿਤ ਵੇਲੇ ਉੱਠਿਆ ਮੇਰੇ ਪਾਪੇ ਦੇ ਕਹਿਣ 'ਤੇ, ਤਾਂ ਮੇਰਾ ਪਾਪਾ ਜ਼ੁਬਾਨ ਤੋਂ ਪਾਠ ਕਰ ਰਿਹਾ ਸੀ, ਨਹਾ ਚੁੱਕਾ ਸੀ ਔਰ ਘਰ ਦੀ ਬੱਤੀ ਨਹੀਂ ਸੀ। ਕਹਿੰਦਾ ਮੈਂ ਮੰਮੀ ਨੂੰ ਪੁੱਛਿਆ ਪਾਪਾ ਜੀ ਕਿੱਥੇ ਨੇ? ਕਹਿੰਦਾ ਪਾਪਾ ਜੀ ਉਹ ਬਾਹਰ ਖੜੇ ਨੇ। ਮੈਂ ਬਾਹਰ ਗਿਆ, ਪਾਪਾ ਜੀ ਮੋਮਬੱਤੀ ਲੈ ਕੇ ਬਿਜਲੀ ਦੇ ਮੀਟਰ ਦੀ ਤਾਰ ਕੱਢ ਰਹੇ ਸਨ ਕਿ ਹੁਣੇ ਗੀਜ਼ਰ ਔਨ ਕਰਾਂਗੇ ਤਾਂ ਕਿ ਬਿਜਲੀ ਦਾ ਮੀਟਰ ਨਾ ਵਧੇ। ਇਹ ਅੰਮ੍ਰਿਤ ਵੇਲੇ ਜਾਗਣਾ ਨਾ ਹੋਇਆ। ਇਹ ਉਹੀਓ ਚੋਰ ਹੋਇਆ ਜਿਹੜਾ ਸਾਰੀ ਰਾਤ ਜਾਗਦਾ ਹੈ ਔਰ ਚੋਰੀ ਕਰਦਾ ਹੈ।
ਅਵਗੁਣ। ਸਾਨੂੰ ਅੰਮ੍ਰਿਤ ਵੇਲੇ ਜਾਗ ਕੇ 24 ਆਵਰਸ ਅੰਮ੍ਰਿਤ ਵੇਲਾ ਬਣਾਉਣਾ ਹੈ ਕਿ ਮੈਂ ਗੁਣਾਂ ਦੇ ਨਾਲ ਜੁੜਨਾ ਹੈ। ਉਹਨੂੰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਹਿੰਦੇ ਨੇ, ਵਡਿਆਈਆਂ ਦੀ ਵਿਚਾਰ ਕਰਨੀ ਹੈ। ਸੋ ਜੇ ਜਾਗਣ 'ਚ ਈਵਲਸ ਨਾਲ ਜੁੜੇ ਹੋਏ ਹਾਂ, ਮੰਦੇ ਖਿਆਲਾਂ ਨਾਲ ਜੁੜੇ ਹੋਏ ਹਾਂ, ਉਹ ਸਾਡਾ ਬੇਕਾਰ ਹੈ। ਇਸ ਕਰਕੇ ਜਾਗਣਾ ਹੈ। ਐਸੇ ਦਿਨ ਰਾਤ ਰੂਪੀ ਰਹਿਣ ਲਾਈਫ ਸਾਡੀ ਯੂਜ਼ਲੈਸ ਹੈ। ਉਹਦੇ ਵਾਸਤੇ ਕਿਹਾ ਪ੍ਰਾਣੀ ਤੂੰ ਆਹੋ ਲਾਹਾ ਲੈਣ ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ। ਅੰਗ, ਸਾਰੇ ਅੰਗਾਂ ਦਾ ਮਾਲਕ ਰਾਜਾ ਮਨ ਅੰਗ ਹੈ। ਇਹ ਸਨਮੁਖ ਹੋਣਾ ਹੈ, ਇਹਨੇ ਮੂੰਹ ਫੇਰਿਆ ਹੋਇਆ ਹੈ। ਅਸੀਂ ਪਿੱਛੇ ਲਗਾਤਾਰ 6 ਦਿਨ ਰਾਮਕਲੀ ਸੱਤ ਦੇ ਅਰਥ ਸਮਝੇ ਸਨ। ਮੋਰੀ ਪੁੱਤ ਕਿਹਨੂੰ ਕਹਿੰਦੇ ਨੇ? ਮਨ ਨੂੰ। ਮਨ ਜਦੋਂ ਰੱਬ ਜੀ ਦੇ ਸਨਮੁਖ ਹੋ ਜਾਂਦਾ ਹੈ, ਮੋਰੀ ਪੁੱਤ ਸਨਮੁਖ ਹੋਆ, ਅਸੀਂ ਉਸ ਨੂੰ ਆਪਣੇ ਆਤਮਕ ਤਲ 'ਤੇ ਸਮਝਣ ਦਾ ਯਤਨ ਕੀਤਾ ਸੀ। ਦੁਹਾਗਣੀ ਵਰਸਿਸ ਸੁਹਾਗਣ। ਸੋ ਪਹਿਲਾਂ ਅਸੀਂ ਸੁਹਾਗਣ ਦੀ ਅਵਸਥਾ ਸਮਝ ਲਈਏ। ਜਾਏ ਪੁੱਛੋ ਸੁਹਾਗਣੀ, ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਸਹਿਜ ਸੰਤੋਖ ਸ਼ਿੰਗਾਰਿਆ, ਸਹਿਜ ਸੰਤੋਖ ਸ਼ਿੰਗਾਰਿਆ, ਮਿੱਠਾ ਬੋਲਣੀ, ਮਿੱਠਾ ਬੋਲਣੀ, ਪੀਰ ਰਿਸਾਲੂ ਤਾਂ ਮਿਲੇ, ਪੀਰ ਰਿਸਾਲੂ ਤਾਂ ਮਿਲੇ, ਜਾਂ ਗੁਰ ਕਾ ਸ਼ਬਦ ਸੁਣੀ, ਜਾਂ ਗੁਰ ਕਾ ਸ਼ਬਦ ਸੁਣੀ। ਆਵੋ ਪੈਣੇ ਗਲ ਮਿਲੇ, ਅੰਕ ਸਹੇੜੀਆਂ, ਅੰਕ ਸਹੇੜੀਆਂ, ਮਿਲ ਕੇ ਕਰਹਿ ਕਹਾਣੀਆਂ, ਮਿਲ ਕੇ ਕਰਹਿ ਕਹਾਣੀਆਂ, ਸਮਰੱਥ ਕੰਤ ਕੀਆਂ। ਆਵੋ ਪੈਣੇ ਗਲ ਮਿਲੇ, ਅੰਕ ਸਹੇੜੀਆਂ, ਅੰਕ ਸਹੇੜੀਆਂ। ਸਾਡੇ ਅੰਦਰ ਨਾ ਰੱਬ ਜੀ ਰਹਿੰਦੇ ਨੇ, ਸਾਰਿਆਂ ਦੇ ਅੰਦਰ ਰੱਬ ਜੀ ਰਹਿੰਦੇ ਨੇ, ਪਰ ਸਾਰਿਆਂ ਦੀ ਬਿਰਤੀ ਇਹ ਵੀ ਹੈ ਕਿ ਜਾਂ ਤੇ ਰੱਬ ਜੀ ਦੀ ਗੱਲ ਸੁਣਾ, ਜਾਂ ਲੋਕਾਂ ਦੀ ਲੋਕ ਅਵਗੁਣਾ ਕੀ ਬੰਨੈ ਗੰਠੜੀ, ਜਾਂ ਲੋਕਾਂ ਦੀ ਭੇਡਾਂ ਚਾਲ ਤੋਂ ਮੈਂ ਅਵਗੁਣ ਇਕੱਠੇ ਕਰ ਲਵਾਂ। ਸਾਡੇ ਅੰਦਰ ਇਹ ਦੋਨੋਂ ਬਿਰਤੀਆਂ ਨੇ। ਇੱਕ ਸੁਨਿਆ ਚੰਗੇ ਵਾਲਾ ਆਂਦਾ ਹੈ, ਇੱਕ ਸੁਨਿਆ ਮੰਦੇ ਵਾਲਾ ਆਂਦਾ ਹੈ। ਦੋਨਾਂ 'ਚੋਂ ਕਿਹੜੇ ਵਾਲਾ ਲੈਣਾ ਹੈ? ਜਿਹੜਾ ਚੰਗੇ ਵਾਲਾ ਆਂਦਾ ਹੈ ਉਹ ਰੱਬ ਜੀ ਦਾ ਹੁੰਦਾ ਹੈ, ਉਹ ਰੱਬ ਜੀ ਦੇ ਨਾਲ ਵਿਆਹਿਆ ਹੋਇਆ ਹੈ। ਉਹਨੂੰ ਪਾਰਬਤੀ ਮਾਈ ਕਹਿੰਦੇ ਨੇ, ਗੁਰ ਪਾਰਬਤੀ ਮਾਈ, ਜੋ ਮੈਨੂੰ ਅਵਗੁਣਾ ਤੋਂ ਪਾਰ ਕਰਾਉਣ ਵਾਲੀ ਮਾਈ ਮੱਤ ਵਾਲੀ ਅਕਲ ਦਿੰਦੀ ਹੈ, ਉਸ ਨੂੰ ਸੁਹਾਗਣ ਮੱਤ ਕਹਿੰਦੇ ਨੇ। ਜਿਹੜੀ ਮੈਨੂੰ ਰੱਬ ਜੀ ਤੋਂ ਤੋੜਦੀ ਹੈ ਉਹਨੂੰ ਦੁਹਾਗਣ ਮੱਤ ਕਹਿੰਦੇ ਨੇ। ਸੋ ਇਸ ਸ਼ਬਦ ਅੰਦਰ ਕਿਹਾ ਆਵੋ ਭੈਣੇ ਗਲ ਮਿਲੇ, ਅਸੀਂ ਪੰਕਤੀ ਨੂੰ ਚੁੱਕਿਆ ਉਸ ਦੇ ਅੰਤਰੇ ਤੋਂ, ਜਾਏ ਪੁੱਛੋ ਸੁਹਾਗਣੀ। ਇਹਦਾ ਮਤਲਬ ਜਾਏ ਪੁੱਛੋ ਸੁਹਾਗਣੀ ਕਿਹਨੂੰ ਲੱਭੀਏ, ਜਾ ਕੇ ਕਿਹਨੂੰ ਪੁੱਛੀਏ? ਗੁਰਮਤ ਸਰੀਰਕ ਕਿਸੇ ਵਿਚੋਲੇ ਨੂੰ ਮੰਨਦੀ ਨਹੀਂ ਹੈ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਦੁਨਿਆਵੀ ਇੱਕ ਪ੍ਰਤੀਕ ਵਰਤ ਕੇ ਸਮਝਾਇਆ, ਉਹ ਵਾਲੀ ਮੱਤ ਜਿਹੜੀ ਰੱਬ ਨਾਲ ਇੱਕ ਮਿਕਤਾ ਸਿਖਾਉਂਦੀ ਹੈ, ਉਹਦੇ ਵਿੱਚ ਕੀ ਹੁੰਦਾ ਹੈ? ਵੀ ਰੈਲਿਸ਼ ਗੋਡ,
ਤੇ ਪਤਾ ਕੀ ਹੁੰਦਾ ਹੈ? ਨਿਸ਼ਾਨੀ ਉਹਦੀ ਪਤਾ ਕੀ ਹੈ? ਜੋ ਰੱਬ ਜੀ ਨਾਲ ਇਕਮਿਕ ਹੋ ਜਾਂਦਾ ਹੈ। ਜੋ ਸਾਡੀ तथा कथित प्रैक्टिस है ना, साड़ी तथा कथित प्रैक्टिस है, ये इंसान बड़ा धर्मी हो गया है, ये हंसता नहीं है, ये चुटकुले बिल्कुल नहीं सुनाता, ये उदास उदास रहता है, इसका मुंह ऐसे ही बना रहता है, ये कहीं भी जाता नहीं है, ये रोटी हाथ में ही रख के खा लेता है, ये कपड़े रुलदू खुलदू पाता है, ये बिल्कुल ही दुनिया से टूट गया है। ਅਸੀਂ ਐਸੇ ਲੋਕਾਂ ਦਾ ਨਾਂ ਰੱਖਿਆ ਹੋਇਆ, ਇਹ ਰੱਬ ਨਾਲ ਜੁੜ ਗਿਆ, ਇਹ ਵਿਆਹ ਨਹੀਂ ਕਰਾਉਂਦਾ, ਇਹ ਬ੍ਰਹਮ ਗਿਆਨੀ ਹੈ। ਅਸੀਂ ਇਹ ਪੈਰਾਮੀਟਰਸ ਬਣਾਏ ਹੋਏ ਨੇ। ਹੁਣ ਗੁਰਮਤ ਦਾ ਪੈਰਾਮੀਟਰ ਜੋ ਰੱਬ ਨਾਲ ਜੁੜਿਆ ਹੋਇਆ ਹੈ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਕਿਹੜੇ ਗੁਣ? ਸਹਿਜ, ਸੰਤੋਖ, ਸ਼ਿੰਗਾਰੀਆ। ਉਹ ਮਨੁੱਖ ਮਨ ਕਰਕੇ ਸਹਿਜ ਵਿੱਚ ਆਉਂਦਾ ਹੈ। ਇਹਦਾ ਮਤਲਬ ਉਹਦਾ ਮਨ ਰੱਬ ਜੀ ਨਾਲ ਵਿਆਹਿਆ ਗਿਆ, ਉਹਦੀ ਮੱਤ ਰੱਬ ਜੀ ਨਾਲ ਵਿਆਹੀ ਗਈ। ਉਹਦੀ ਮੱਤ ਨੇ ਸਹਿਜ ਦਾ ਸ਼ਿੰਗਾਰ ਕੀਤਾ, ਸੰਤੋਖ ਦਾ ਸ਼ਿੰਗਾਰ ਕੀਤਾ, ਸਬਰ ਪੇਸ਼ੈਂਸ ਦਾ ਸ਼ਿੰਗਾਰ ਕੀਤਾ। ਸਹਿਜ, ਸੰਤੋਖ, ਸ਼ਿੰਗਾਰੀਆ, ਮਿੱਠਾ ਬੋਲਣੀ। ਉਸ ਦੀ ਮਨ ਦੀ ਜ਼ਬਾਨ ਮਿੱਠਾ ਬੋਲਦੀ ਹੈ, ਇਸ ਕਰਕੇ ਉਹ ਇੱਥੋਂ ਵੀ ਮਿੱਠਾ ਬੋਲਣਾ ਸ਼ੁਰੂ ਕਰ ਦਿੰਦਾ ਹੈ। ਇਹ ਸੁਹਾਗਣ ਦੀ ਨਿਸ਼ਾਨੀ ਹੈ। ਹੁਣ ਮੈਨੂੰ ਕੋਈ ਦੁਹਾਗਣ ਐਕਸਪਲੇਨ ਕਰਨਾ ਪਏਗਾ, आपे ही आंसर निकल आया। सुहागन मीन्स इफ यू आर प्रैक्टिसिंग सहज सबर संतोख। आप न वंजा सो रहे, सिख लोग सुनावे, कंत ना पूछे वातड़ी, सुहाग गणावे। ये सारिया गल्लां जितनियां भी सानू गुरु पातशाह टुकांदे ने ना, ये दसदे ने। सो ਜਾਏ ਪੁੱਛੋ ਸੁਹਾਗਣੀ ਵਿੱਚ ਮਿੱਠਾ ਬੋਲ ਹੁੰਦਾ, ਨਿਮਰਤਾ ਹੁੰਦੀ ਹੈ, ਸ਼ਰਮ ਹੁੰਦੀ ਹੈ, ਸਹਿਜ ਹੁੰਦਾ ਹੈ। ਦੁਹਾਗਣੀ, ਦੁਹਾਗਣੀ ਦੀ ਕੀ ਨਿਸ਼ਾਨੀ? ਭਰਮ ਭੁੱਲੀ ਦੁਹਾਗਣੀ ਨਾ ਪਿਰ ਅੰਕ ਸਮਾਏ। ਉਹਦਾ ਸੱਚੇ ਗੁਣਾਂ ਦੇ ਨਾਲ ਲਿੰਕ ਨਹੀਂ ਹੁੰਦਾ ਹੈ। ਦੁਹਾਗਣੀ ਕਿਆ ਨਿਸ਼ਾਨੀਆਂ? ਖਸਮੋ ਕੁੱਥੀਆਂ ਫਿਰੈ ਨਿਮਾਣੀਆਂ। ਖਸਮੋ ਕੁੱਥੀਆਂ ਦਾ ਮਤਲਬ ਉਹ ਅੰਨੀਆਂ ਹੁੰਦੀਆਂ ਨੇ, ਕਿਉਂਕਿ ਅੰਨੇ ਸੇ ਨਾ ਆਖੀਆਂ ਜਿਨ ਮੁਖ ਲੋਏ ਨਾਏ, ਅੰਨੇ ਸੇ ਹੀ ਨਾਨਕਾ ਖਸਮੋ ਕੁੱਥੇ ਜਾਏ। ਜੋ ਸੱਚ ਤੋਂ ਡਰਿਫਟ ਹੋ ਜਾਂਦਾ ਹੈ, ਸੱਚ ਤੋਂ ਪੁੱਠੇ ਰਾਹ ਟੇਢੇ ਰਾਹ ਚੱਲਦਾ ਹੈ, ਉਸ ਨੂੰ ਅੰਨਾ ਕਹਿੰਦੇ ਨੇ, ਉਹਨੂੰ ਦੁਹਾਗਣ ਕਹਿੰਦੇ ਨੇ। ਖਸਮੋ ਕੁੱਥੀਆਂ ਫਿਰੈ ਨਿਮਾਣੀਆਂ, ਮੈਲੇ ਵੇਸ ਤਿਨਾ ਕਾਮਣ, ਦੁਖੀ ਰਹਿਣ ਵੀ ਹਾਏ ਜੀਓ। ਉਹ ਮੈਲਾ ਵੇਸ ਕਰਦੀਆਂ ਨੇ। ਸਾਡੇ ਚੋਂ ਵੀ ਜਿਹੜੇ ਲੋਕੀ ਧਰਮ ਦਾ ਬੁਰਕਾ ਪਾ ਕੇ ਅਵਗੁਣ ਕਰਦੇ ਨੇ ਨਾ, ਉਹ ਮੈਲੇ ਵੇਸ ਵਾਲੀ ਕਾਮਣ ਹੈ, ਉਹ ਮੈਲੇ ਵੇਸ ਵਾਲੀ ਦੁਹਾਗਣ ਹੈ। ਗੁਰਮਤ ਬਾਹਰਲੇ ਭੇਖ ਨੂੰ ਬਿਲਕੁਲ ਨਹੀਂ ਮੰਨਦੀ ਹੈ, ਪਰ ਮੈਂ ਬਾਹਰਲਾ ਭੇਖ ਰੱਖਾਂ, ਉਹਨੂੰ ਕਹਿੰਦੇ ਨੇ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜਿਉ। ਮੇਰਾ ਚਿੱਤ ਕਠੋਰ ਹੈ, ਬਾਹਰਲਾ ਮੈਂ ਭੇਖ ਰੱਖਿਆ ਹੋਇਆ ਹੈ, ਉਹਦੇ ਨਾਲ ਕੋਈ ਗੱਲ ਨਹੀਂ ਬਣੇਗੀ। ਭੇਖੀ ਸ਼ੋ ਨਾ ਪਾਈ ਹੈ। ਲੇਕਿਨ ਆਪਣੇ ਜੀਵਨ ਨੂੰ ਬਣਾ ਕੇ ਚੰਗੇ ਗੁਣਾਂ ਦਾ ਸ਼ਿੰਗਾਰ ਕਰਨਾ, ਇਹ ਅਸਲੀ ਵੇਸ ਹੈ, ਮੈਲਾ ਵੇਸ ਨਹੀਂ ਹੈ। ਸੁਹਾਗਣਿਆ ਕਿਆ ਕਰਮ ਕਮਾਇਆ, ਪੂਰਬ ਲਿਖਿਆ ਫਲ ਪਾਇਆ, ਨਦਰ ਕਰਕੇ ਆਪਣੀ ਆਪੇ ਲੈ ਮਿਲਾਏ ਜਿਓ। ਸੋ ਸੁਹਾਗਣ ਔਰ ਦੁਹਾਗਣ ਦਾ ਮੈਨਾ ਅਸੀਂ ਸਮਝਿਆ ਇੱਕ ਸ਼ਬਦ ਦੇ ਅੰਦਰ, ਦੁਹਾਗਣੀ ਮਹਿਲ ਨਾ ਪਾਇਨੀ ਨਾ ਜਾਣਨ ਪਿਰ ਕਾ ਸੁਆਓ, ਫਿੱਕਾ ਬੋਲੇ ਦੁਹਾਗਣ। ਸਾਡੇ 'ਚੋਂ ਕੋਈ ਵੀ ਇਨਸਾਨ ਜਦੋਂ ਫਿੱਕਾ ਬੋਲਦਾ ਉਹ ਦੁਹਾਗਣ ਹੈ। ਫਿੱਕਾ ਬੋਲੇ ਨਾ ਨਿਵੇਂ, ਉਹਦੇ 'ਚ ਨਮਰਤਾ ਨਹੀਂ ਹੁੰਦੀ ਹੈ। ਮੈਂ ਨਾ ਮਾਨੂੰ, ਜੋ ਇਨਸਾਨ ਮੈਂ ਨਾ ਮਾਨੂੰ ਵਾਲਾ ਹੁੰਦਾ ਨਾ, ਉਹਦਾ ਐਟੀਟਿਊਡ ਪਤਾ ਕੀ ਹੁੰਦਾ? ਸਾਰੀ ਦੁਨੀਆ ਮੇਰੇ ਮੁਤਾਬਕ ਚੱਲੇ, ਜੋ ਮੈਨੇ ਕਹਾ ਹੈ ਵਹੀ ਠੀਕ ਹੈ। ਉਹਦਾ ਆਈਡੀਆ ਹੁੰਦਾ ਮਾਈ ਵੇ ਔਰ ਹਾਈਵੇ, ਜਾਂ ਮੇਰੀ ਮੰਨੋ ਜਾਂ ਮਗਰੋਂ ਲਵੋ, ਮੈਂ ਕਿਸੇ ਦੀ ਨਹੀਂ ਮੰਨਣੀ। ਉਹ ਨਿਮਰਤਾ ਵਿੱਚ ਨਹੀਂ ਆਉਂਦਾ, ਹੰਬਲਨੈਸ ਨਹੀਂ ਆਉਂਦਾ ਵੀ ਕਦੇ ਮੈਂ ਵੀ ਮੰਨ ਲਵਾਂ। ਸਾਡੇ ਘਰਾਂ ਵਿੱਚ ਇੰਝ ਹੀ ਹੁੰਦਾ। ਸੋ ਫਿੱਕਾ ਬੋਲੇ ਨਾ ਨਿਵੇਂ, ਦੂਜਾ ਭਾਓ ਸੁਆਓ। ਉਹਨਾਂ ਵਿਚਕਾਰ ਵੈਸਟਿਡ ਇੰਟਰਸਟ ਹੁੰਦਾ, ਖੁਦਗਰਜ਼ੀ ਹੁੰਦੀ ਹੈ। ਇਹ ਮਨੁਆ ਕਿਉਂ ਕਰ ਵਸ ਆਵੇ, ਗੁਰ ਪ੍ਰਸਾਦੀ ਠਾਕੇ ਗਿਆਨੀ ਮਤੀ ਘਰ ਆਵੇ। ਸੋ ਜੋ ਇਨਸਾਨ ਨਮਰਤਾ ਵਿੱਚ ਰਹਿੰਦੇ ਨੇ ਉਹ ਸੁਹਾਗਣ ਦੀ ਅਵਸਥਾ ਹੈ। ਜੋ ਮਿੱਠਾ ਬੋਲਦੇ ਨੇ ਉਹ ਸੁਹਾਗਣ ਦੀ ਅਵਸਥਾ ਹੈ।
ਹੁਣ ਇਹ ਕਿੱਥੋਂ ਅਸੀਂ ਕਰਦੇ ਹਾਂ? ਇਹਨਾਂ ਅੰਗਾਂ ਤੋਂ ਕਰਦੇ ਹਾਂ ਨਾ, ਲੇਕਿਨ ਇਹਨਾਂ ਦੇ ਪਿੱਛੇ ਮਨ ਦੇ ਅੰਗ ਨੇ। ਸੋ ਅਸੀਂ ਜਦੋਂ ਇਸ ਨੂੰ ਇਸ ਸ਼ਲੋਕ ਨੂੰ ਪੜ੍ਹਦੇ ਹਾਂ ਤਾਂ ਇਸ ਸ਼ਲੋਕ ਵਿੱਚ ਤੁਸੀਂ ਘਰ ਜਾ ਕੇ ਆਪ ਮਿਹਨਤ ਕਰਨਾ। ਇੱਕ ਅਸੀਂ ਸੋਣਾ ਜਾਗਣਾ ਸਮਝਣਾ ਹੈ, ਇੱਕ ਅਸੀਂ ਸੁੱਤੀ ਮੱਤ ਦੇ ਬਾਰੇ ਸਮਝਣਾ ਹੈ, ਇੱਕ ਅਸੀਂ ਦੁਹਾਗਣ ਔਰ ਸੁਹਾਗਣ ਬਾਰੇ ਸਮਝਣਾ ਕਿ ਮੈਂ ਦੁਹਾਗਣ ਹਾਂ ਕਿ ਸੁਹਾਗਣ ਹਾਂ, ਇੱਕ ਅਸੀਂ ਸਮਝਣਾ ਅੱਜ ਕਿਹਨੂੰ ਕਹਿੰਦੇ ਨੇ, ਇੱਕ ਅਸੀਂ ਸਮਝਣਾ ਜਾਗਣਾ ਕਿਹਨੂੰ ਕਹਿੰਦੇ ਨੇ, ਇੱਕ ਅਸੀਂ ਸਮਝਣਾ ਅੰਗ ਕਿਹੜੇ ਵਾਲੇ ਹੁੰਦੇ ਨੇ। ਫਿਰ ਪਤਾ ਲੱਗੇਗਾ ਜਦੋਂ ਮੈਂ ਇੱਕ ਪਲ ਵੀ ਵਿਜ਼ਡਮ ਨਾਲ ਨਹੀਂ ਰਹਿੰਦਾ, ਜਦੋਂ ਮੈਂ ਇੱਕ ਪਲ ਵੀ ਵਿਜ਼ਡਮ ਦੇ ਨਾਲ ਨਹੀਂ ਰਹਿੰਦਾ, ਉਸ ਨੂੰ ਇਸ ਸ਼ਲੋਕ ਵਿੱਚ ਕਹਿੰਦੇ ਨੇ ਅੱਜ ਨਾ ਸੁੱਤੀ ਕੰਤ ਸਿਓ। ਵੈਰੀ ਸਿੰਪਲ ਐਂਡ ਪ੍ਰੈਕਟੀਕਲ ਐਂਡ ਐਪਲੀਕੇਬਲ ਟੂ ਆਲ। ਸਾਨੂੰ ਸਾਰੇ ਬਾਣੀ ਦੇ ਅਰਥਾਂ ਨੂੰ ਸਿਰਫ ਇਸਤਰੀ ਤੇ ਨਹੀਂ ਟੁਕਾਣਾ, ਸਾਰੀ ਦੁਨੀਆ ਤੇ ਟੁਕਾਣਾ ਹੈ। ਇਸ ਕਰਕੇ ਅਸੀਂ ਇਹਦੇ ਅਰਥ ਕੀਤੇ ਨੇ ਸਤਿਗੁਰ। ਸਤਿਗੁਰ ਯੂਨੀਵਰਸਲ ਟਰੁੱਥ, ਸਾਰਿਆਂ ਤੇ ਐਪਲੀਕੇਬਲ ਹੋਣ ਵਾਲਾ ਮੈਸੇਜ। ਜਦੋਂ ਪ੍ਰੀਤਮ ਜਾਣ ਲਿਓ ਮਨ ਮਾਈ ਤੁਸੀਂ ਸਭ ਸੁਣਦੇ ਹੋ, ਆਪਣੇ ਸੁਖ ਸੋਈ ਜਗ ਫਾਂਦੇ ਹੋ ਕੋ ਕਾਹੂ ਕੋ ਨਾਈ, ਤਾਂ ਇਹਦੇ ਵਿੱਚ ਅਰਥ ਕੀਤੇ ਜਾਂਦੇ ਨੇ ਘਰ ਕੀ ਨਾਰ ਬਹੁਤ ही जासे सदा रह संग लाई। घर की जो पत्नी है हमेशा साथ रहती है। जब भी हंस तजी एक आया प्रेत प्रेत कर भागी। जब पति मर जाता है उसकी आत्मा निकल जाती है तो ये पत्नी छोड़ के भाग जाती है। ਅਸੀਂ ਪਤਨੀ ਤੇ ਟੁਕਾ ਦਿੱਤੇ, ਅਸੀਂ ਉਹਨੂੰ ਨੀਵਾਂ ਪਾ ਦਿੱਤਾ। ਲੇਕਿਨ ਘਰ ਕੀ ਨਾਰ ਕੌਣ ਹੈ? ਹਰ ਇਨਸਾਨ ਦੀ ਮੱਤ। ਘਰ ਕੀ ਨਾਰ ਬਹੁਤ ਹਿਤ ਜਾਂਸਿਓ। ਹਿਤ ਕਿਹਦੇ ਨਾਲ ਹੁੰਦਾ ਹੈ? ਭੈੜੇ ਖਿਆਲਾਂ ਦੇ ਨਾਲ। ਸਦਾ ਰਹਿਤ ਸੰਗ ਲਾਗੀ, ਆਪਣੇ ਔਗੁਣਾਂ ਦਾ ਮੌਜਾਂ ਮਾਣਨਾ ਚਾਹੁੰਦੀ ਹੈ। ਜਬ ਹੀ ਹੰਸ ਤਜੀਏ ਕਾਇਆ, ਜਦੋਂ ਮੇਰਾ ਮਨ ਚੰਗੀ ਮੱਤ ਲੈ ਲੈਂਦਾ, ਉਸ ਚੰਗੀ ਮੱਤ ਨੂੰ ਲੈ ਲੈਣ ਦੀ ਅਵਸਥਾ ਨੂੰ ਹੰਸ ਕਹਿੰਦੇ ਨੇ। ਜਬ ਹੀ ਹੰਸ ਤਜੀਏ ਕਾਇਆ, ਇਹਨੇ ਹੰਸ ਵਾਲੀ ਬਿਰਤੀ ਲਈ ਵਰਸਿਸ ਇਹਨੇ ਹੰਸ ਬਿਰਤੀ ਛੱਡ ਦਿੱਤੀ। ਜਬ ਹੀ ਹੰਸ ਤਜੀ, ਤਜੀ ਦਾ ਮਤਲਬ ਹੰਸ ਬਿਰਤੀ ਜਦੋਂ ਇਹਨੇ ਛੱਡ ਦਿੱਤੀ। ਕਿੰਨੇ? ਮਨ ਨੇ। ਮਤ ਪ੍ਰੇਤ ਬਣ ਗਈ। ਪ੍ਰੇਤ ਪ੍ਰੇਤ ਕਰ ਭਾਗੀ, ਪ੍ਰੇਤ ਦੇ ਭਾਗੀ ਹੋ ਗਏ। ਇਹਦਾ ਮਤਲਬ ਸਾਨੂੰ ਮਿਹਨਤ ਕਰਨੀ ਹੈ ਕਿ ਸ਼ਬਦ ਮੈਂ ਆਪਣੇ ਤੇ ਟੁਕਾ ਸਕਾਂ, ਕਿਸੇ ਹੋਰ ਤੇ ਨਾ ਟੁਕਦੇ ਹੋਣ, ਮੇਰੇ ਤੇ ਟੁਕਦੇ ਹੋਣ। ਔਰ ਹਰ ਇੰਡੀਵਿਜੂਅਲ ਤੇ ਟੁਕਣਗੇ ਤਾਂ ਆਪ ਸਵਾਰੇ ਮੈਂ ਮਿਲਿਆ ਹੋਏਗਾ। ਔਰ ਗੁਰਬਾਣੀ ਆਪਣੇ ਆਪ ਨੂੰ ਸਵਾਰਨ ਵਾਸਤੇ ਕਿਉਂ ਕਹਿੰਦੀ ਹੈ? ਇਸ ਕਰਕੇ ਕਹਿੰਦੀ ਹੈ ਕਿ ਇੱਕ ਇੱਕ ਬੂੰਦ ਦੇ ਨਾਲ ਘੜਾ ਭਰਦਾ ਹੈ। ਇਸ ਤਰ੍ਹਾਂ ਇੱਕ ਇੱਕ ਮਨੁੱਖ ਦੇ ਨਾਲ ਮਿਲ ਕੇ ਸਮਾਜ ਬਣਦਾ ਹੈ। ਸਮਾਜ ਦੇ ਨਾਲ ਬਰਾਦਰੀਆਂ ਬਣਦੀਆਂ ਨੇ, ਬਰਾਦਰੀਆਂ ਦੇ ਨਾਲ ਦੇਸ਼ ਬਣਦੇ ਨੇ, ਦੇਸ਼ਾਂ ਦੇ ਨਾਲ ਵਰਲਡ ਬਣਦਾ ਹੈ। ਇਹਦਾ ਮਤਲਬ ਇੱਕ ਮਨੁੱਖ ਜਦੋਂ ਸੰਵਰੇਗਾ, ਆਪ ਸਵਾਰੇ ਮੈਂ ਮਿਲੇ, ਤਾਂ ਗੁਰਬਾਣੀ ਕਹਿੰਦੀ ਹੈ ਤੇਰੇ ਕਾਰਨ ਸਮਾਜ ਸੰਵਰੇਗਾ। ਗੁਰਬਾਣੀ ਇੱਥੇ ਤੱਕ ਹੀ ਨਹੀਂ ਛੱਡਦੀ ਕਿ ਤੂੰ ਸਵਰ। ਗੁਰਬਾਣੀ ਕਹਿੰਦੀ ਹੈ ਨਹੀਂ, ਚੈਰਿਟੀ ਬਿਗਨਸ ਐਟ ਹੋਮ। ਤੇਰੇ ਤੋਂ ਗੇਮ ਸ਼ੁਰੂ ਹੋਣੀ ਹੈ, ਸਵਰਨਾ ਤੂੰ ਹੈ, ਤੇਰੇ ਕਾਰਨ ਸਮਾਜ ਸੰਵਰੇਗਾ। ਸੋ ਗੁਰਬਾਣੀ ਆਪਣੇ ਆਪ ਨੂੰ ਸਵਾਰਨ ਵਾਸਤੇ ਇਸ ਕਰਕੇ ਇਹ ਨਹੀਂ ਕਹਿੰਦੀ ਚੌਕੜਾ ਮਾਰ ਕੇ ਕਿੱਥੇ ਮਾਲਾ ਫੇਰਨੀਆਂ ਸ਼ੁਰੂ ਕਰ ਦਿਓ। ਗੁਰਬਾਣੀ ਕਹਿੰਦੇ ਆਪਣੇ ਇੱਕ ਇੱਕ ਅੰਗ, ਆਪਣੀ ਇੱਕ ਇੱਕ ਹਰਕਤ, ਆਪਣੇ ਰੋਮ ਰੋਮ ਨੂੰ ਦੁਨੀਆ ਦੇ ਭਲੇ ਵਾਲਾ, ਚੰਗੇ ਗੁਣਾਂ ਵਾਲਾ ਬਣਾ। ਅੱਜ ਨਾ ਸੁੱਤੀ ਕੰਸ, ਜਦੋਂ ਮੈਂ ਇੱਕ ਪਲ ਲਈ ਵੀ ਵਿਜ਼ਡਮ ਨਾਲ ਨਹੀਂ ਰਹਿੰਦਾ, ਤਦੋਂ ਮੇਰਾ ਮਨ ਅਤੇ ਸਾਰਾ ਤਨ ਵਿਜ਼ਡਮ ਦੇ ਰਸਤੇ ਤੋਂ ਬੇਮੁਖ ਹੋ ਜਾਂਦਾ ਹੈ। ਅੰਗ ਮੁੜੇ ਮੁੜ ਜਾਏ। ਜਦੋਂ ਅਸੀਂ ਵਿਜ਼ਡਮ ਲੈ ਲੈਂਦੇ ਹਾਂ ਤਾਂ ਕੀ ਹੁੰਦਾ ਹੈ? ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਮੱਜਨ ਗੁਰਾਂ ਦਾ ਰਾਸੇ, ਜਪ ਹਰ ਹਰ ਕਿਲ ਵਿਖ ਨਾਸੇ। ਮੱਜਨ ਗੁਰਾਂ ਦਾ ਰਾਸੇ,
ਜਪ ਹਰ ਹਰ ਕਿਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੀਕਾ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁਲ ਤਰਾਵੇ ਜੋ ਨਾਵੇ ਫੁੱਲ ਤਰਾਵੇ उधार हुआ है जी का संतो रामदास सरोवर नीका। रामदास मीन्स सत्संगत। सत्संगत दे सरोवर विच जो नहांदा है नीका है, चंगा है, कीमती है, बहुमूल्य है। रामदास सरोवर नीका जो नहावे सो कुल तरावे। कुल होंदा ओदा सारा एक एक अंग, ओदा सोचनी दा ढंग, ओदे अंदर दे ख्यालां वाले धीआं पुत्तर, ओदे माता पिता, ओदी सुचज्जी मत, ओदा संतोख पिता, सारा ओदा कुल दा उधार हो जांदा। इहनूं कुल कहंदे ने, परिवार कहंदे ने, इहनूं ਚੱਲੀ पीढ़ी सोडियां कहंदे ने, अद्धी वधी वेल बो पीढ़ी चाली कहंदे ने। किहनूं? इहनूं अपने कुल तराण नूं, इस अवस्था नूं। चंगे चंगे गुण ਉਹਦੇ ਵੱਧਦੇ ਨੇ, ਵੱਧੀ ਵੇਲ ਬੋ ਪੀੜੀ ਚਾਲੀ। ਸੋ ਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਤੂੰ ਵਿਜ਼ਡਮ ਲੈ ਲਈ ਨਾ, ਵਿਜ਼ਡਮ ਤੇਰੀ ਵਿਚੋਲਾ ਹੋ ਗਈ। ਵਿਜ਼ਡਮ ਨੂੰ ਕੀ ਕਹਿੰਦੇ ਨੇ? ਸ਼ਬਦ ਗੁਰੂ। ਸ਼ਬਦ ਗੁਰੂ ਨੂੰ ਕੀ ਕਹਿੰਦੇ ਨੇ? ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਦਰਗਹਿ ਕਾ। ਰੱਬ ਜੀ ਮੇਰੇ ਔਰ ਰੱਬ ਜੀ ਦੇ ਵਿਚਕਾਰ ਪਤਾ ਕੌਣ ਹੈ? ਵਿਜ਼ਡਮ, ਸ਼ਬਦ ਗੁਰੂ। ਉਹ ਮੈਨੂੰ ਰੱਬ ਜੀ ਦੇ ਨਾਲ ਮਿਲਾ ਦਿੰਦਾ ਹੈ। ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਵਾਲ ਨਾ ਵਿੰਗਾ ਹੋਆ ਦਾ ਮਤਲਬ ਕੀ ਹੈ? ਮੈਨੂੰ ਜੰਮ ਨਹੀਂ ਸਤਾ ਸਕਦੇ ਨੇ, ਮੇਰਾ ਇੱਕ ਵੀ ਰੋਮ ਰੋਮ ਵਾਲ ਵਿੰਗਾ ਨਹੀਂ ਹੋਇਆ। ਵਿੰਗਾ ਮਤਲਬ ਟੇਢੇ ਰਸਤੇ ਤੇ ਨਹੀਂ ਚੱਲਦਾ। ਮੈਂ ਰੋਮ ਰੋਮ ਕਰਕੇ ਅੰਗ ਇੱਕ ਇੱਕ ਅੰਗ ਕਰਕੇ ਸਿੱਧੇ ਪਾਸੇ ਹੋ ਗਿਆ। ਪਹਿਲਾਂ ਕੀ ਅਵਸਥਾ ਸੀ? ਜਦੋਂ ਮੈਂ ਵਿਜ਼ਡਮ ਨਾਲ ਨਹੀਂ ਰਹਿੰਦਾ ਸੀ, ਮੇਰੀ ਮਤ ਵਿਜ਼ਡਮ ਨਾਲ ਨਹੀਂ ਰਹਿੰਦੀ ਸੀ, ਮੇਰੇ ਮੇਰੇ ਸਾਰੇ ਅੰਗ ਮੁੜ ਜਾਂਦੇ ਸੀ, ਮੇਰੇ ਵਾਲ ਮੁੜ ਜਾਂਦੇ ਸਨ। ਵਾਲ ਮਤਲਬ ਮੇਰਾ ਰੋਮ ਰੋਮ, ਮੇਰਾ ਥਾਟ ਪ੍ਰੋਸੈਸ ਮੁੜ ਜਾਂਦਾ ਸੀ। ਪਰ ਜੋ ਹੀ ਮੈਂ ਵਿਜ਼ਡਮ ਲਈ, ਸਾਰਾ ਕੁਝ ਸਿੱਧਾ ਹੋ ਗਿਆ। ਉਹਨੂੰ ਕਹਿੰਦੇ ਨੇ ਫੇਰ ਕੇ ਅੱਗੇ ਰੱਖੀਏ, ਰੱਖ ਦਿੱਤਾ। ਮੈਂ ਸਾਰਾ ਆਪਣਾ ਵਜੂਦ, ਸਾਰਾ ਆਪਣਾ ਥਾਟ ਪ੍ਰੋਸੈਸ ਇਸ ਤਰ੍ਹਾਂ ਘੁਮਾ ਕੇ ਇੱਧਰ ਰੱਖ ਦਿੱਤਾ। ਇਹਨੂੰ ਕਹਿੰਦੇ ਨੇ ਯੂ ਟਰਨ ਲੈਣਾ। ਇਹਨੂੰ ਕਹਿੰਦੇ ਨੇ ਪੈਰਾਡਿਮ ਸ਼ਿਫਟ। ਮੰਦੇ ਖਿਆਲਾਂ ਵਾਲੇ ਪਾਸਿਓਂ ਸਿੱਧੇ ਪਾਸੇ ਕਰ ਦਿੱਤਾ। ਵਿੱਚ ਕਰਤਾ ਪੁਰਖ ਖਲੋਆ। ਜਿਹੜੇ ਇੱਕ ਇੱਕ ਅੰਗ ਰੋਮ ਰੋਮ ਵਿੰਗਾ ਸੀ ਨਾ, ਵਾਲ ਨਾ ਵਿੰਗਾ ਹੋਆ। ਹੁਣ ਮੇਰਾ ਅੰਗ ਨਹੀਂ ਮੁੜਦਾ, ਸੱਚ ਵਾਲੇ ਪਾਸੋਂ ਨਹੀਂ ਮੁੜਦਾ। ਸੱਚ ਵਾਲੇ ਪਾਸੋਂ ਮੁੜਨ ਬਾਰੇ ਬਹੁਤ ਜਗ੍ਹਾ ਅਸੀਂ ਐਗਜ਼ਾਮਪਲ ਦੇ ਚੁੱਕੇ ਹਾਂ। ਸਾਡੇ ਅੰਦਰ ਇੱਕ ਕਸ਼ਮਕਸ਼ ਹੁੰਦੀ ਹੈ, ਮੈਂ ਚੰਗਾ ਕੰਮ ਕਰਾਂ ਜਾਂ ਨਾ ਕਰਾਂ, ਛੋੜੋ ਯਾਰ ਰਹਿਣੇ ਦੋ, और भी तो काम बहुत है। और बड़ी कॉमन एग्जाम्पल ਅਸੀਂ ਸਾਂਝ ਕਰਦੇ ਹਾਂ ਕਿ ਸੱਸ ਆਵਾਜ਼ ਮਾਰ ਰਹੀ ਹੁੰਦੀ ਹੈ, ਸੱਸ ਖੰਘ ਰਹੀ ਹੁੰਦੀ ਹੈ, ਸੱਸ ਨੂੰ ਤਕਲੀਫ ਹੁੰਦੀ ਹੈ, ਸੱਸ ਨੂੰ ਦਰਦ ਹੋ ਰਿਹਾ ਹੁੰਦਾ ਹੈ, ਸੱਸ ਦੇ ਕੱਪੜਿਆਂ ਵਿੱਚ ਉਹਦਾ ਸੁਸੂ ਪੋਟੀ ਨਿਕਲ ਗਿਆ ਹੁੰਦਾ ਹੈ, ਉਹ ਦੁਖੀ ਹੁੰਦੀ ਹੈ। ਪਰ ਨੂੰ ਆਪਣੀ ਮਸਤੀ ਮਾਰ ਕੇ ਸੈੱਲ ਫੋਨ 'ਤੇ ਬੈਠੀ ਰਹਿੰਦੀ ਹੈ, ਪੇਕੇ ਗੱਲ ਕਰਦੀ ਰਹਿੰਦੀ ਹੈ, ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲ ਕਰਦੀ ਰਹਿੰਦੀ ਹੈ। ਇਹਨੇ ਅੰਗ ਮੋੜ ਲਏ, ਇਹਦਾ ਅੰਗ ਮੁੜੇ ਮੁੜ ਜਾਏ ਹੋ ਗਿਆ। ਇਹ ਸੱਚ ਦੀ ਪ੍ਰੈਕਟਿਸ ਨਹੀਂ ਕਰ ਰਹੀ ਕਿਉਂਕਿ ਇਸਨੇ ਸੱਸ ਦੇ ਨਾਲ ਹਮਦਰਦੀ ਛੱਡ ਦਿੱਤੀ ਹੈ। ਐਟ ਦਾ ਸੇਮ ਟਾਈਮ ਜਦੋਂ ਇਹ ਆਪਣੀ ਮਾਂ ਕੋਲ ਗਈ ਤਾਂ ਇਹਨੇ ਫੋਨ ਛੱਡ ਦਿੱਤਾ, ਲੋਕਾਂ ਦੀ ਗੱਲ ਨਹੀਂ ਸੁਣੀ, फटाफट मम्मी आपको क्या हुआ है। उस वेले इसने मम्मी को हेल्प की, वेरी गुड,
ਧੀਆਂ ਕਰਦੀਆਂ ਹੀ ਨੇ। ਲੇਕਿਨ ਦਰਅਸਲ ਇਹਦੇ ਮਨ ਨੇ ਸੱਚ ਦੀ ਗੱਲ ਸੁਣ ਲਈ, ਕੋਈ ਇਨਸਾਨ ਦੁਖੀ ਹੈ, ਲੇਕਿਨ ਇਹ ਕੋਈ ਇਨਸਾਨ ਪਤਾ ਕੌन है? मेरी मम्मी। पहली दफा वो कोई इंसान दुखी कौन था? मेरे पति की मम्मी, जो मेरी नहीं है। इस तरह अंग मुड़ जाते ने सच तो, ਜਦੋਂ ਮੱਤ ਜਮਾ ਦੀ ਮੱਤ ਦੇ ਪਿੱਛੇ ਪੈ ਜਾਂਦੀ ਹੈ, ਜਦੋਂ ਮੱਤ ਵਿਜ਼ਡਮ ਦਾ ਸਾਥ ਨਹੀਂ ਦਿੰਦੀ ਹੈ। ਸੋ ਇਹ ਸ਼ਲੋਕ ਸਾਨੂੰ ਸਾਡਾ ਜੀਵਨ ਸਿੱਧੇ ਪਾਸੇ ਪਾਉਣ ਵਾਸਤੇ ਕਹਿੰਦਾ, ਚਲਤ ਕਤ ਟੇਢੇ ਟੇਢੇ ਟੇਢੇ, ਟੇਢਾ ਕਿਉਂ ਚੱਲਦਾ ਹੈ, ਪੁੱਠੇ ਰਾਹ ਕਿਉਂ ਚੱਲਦਾ ਹੈ। ਸ਼ਲੋਕ ਦੇ ਅਰਥਾਂ ਦੀ ਐਂਡ 'ਤੇ ਪਹੁੰਚੀਏ। ਅੱਜ ਨਾ ਸੁੱਤੀ ਕੰਨ ਸਿਓ, ਮੈਂ ਵਿਜ਼ਡਮ ਦੇ ਨਾਲ ਨਹੀਂ ਜੁੜਿਆ, ਮੇਰਾ ਸਾਰਾ ਅੰਗ ਪੁੱਠੇ ਪਾਸੇ ਪੈ ਗਿਆ, ਤਦੋਂ ਮੇਰਾ ਸਾਰਾ ਕੁਝ ਬੇਮੁਖ ਹੋ ਗਿਆ। ਜੋ ਲੋਕ ਮਤ ਕਰਕੇ ਮਨ ਕਰਕੇ ਸਾਰਾ ਤਨ ਨੂੰ ਅਰਪਿਤ ਨਹੀਂ ਹੁੰਦੇ ਹਨ ਸੱਚ ਨੂੰ, ਉਹਨਾਂ ਦੀ ਜ਼ਿੰਦਗੀ ਰੂਪੀ ਰਹਿਣ ਕਿਵੇਂ ਬੀਤਦੀ ਹੋਣੀ। ਜਾਏ ਪੁੱਛੋ ਡੋਹਾਗਣੀ। ਡੋਹਾਗਣੀ ਮੀਨਸ ਉਹ ਵਾਲਾ ਮੈਸੇਜ ਜਿਹਦੇ ਨਾਲ ਸੱਚ ਨਾਲ ਨਹੀਂ ਜੁੜੀਦਾ, ਆਪਣਾ ਜੀਵਨ ਖੁਆਰ ਹੋ ਜਾਂਦਾ ਹੈ। ਜੰਮ ਦੇ ਕਾਰਨ ਸਾਰੇ ਅੰਗ ਪੁੱਠੇ ਪਾਸੇ ਪੈ ਜਾਂਦੇ ਨੇ। ਉਹਨਾਂ ਦੇ ਨਾਲ ਕੈਸਾ ਜੀਵਨ ਬੀਤਦਾ ਹੈ, ਕਿਸ ਨੂੰ ਪਕੜ ਕੇ ਕਹਾਂਗਾ? ਮੈਨੂੰ ਦੁਹਾਗਣ ਸਮਝਾ, ਤੁਮ ਬਤਾਓ तुम्हारी ਜ਼ਿੰਦਗੀ ਕੈਸੇ ਬੀਤ ਰਹੀ ਹੈ, ਤੁਮ ਬਤਾਓ तुम्हारी ਜ਼ਿੰਦਗੀ। ਕਿਸੇ ਨੂੰ ਨਹੀਂ ਕਹਿ ਸਕਦੇ ਹਾਂ, ਲੇਬਲ ਕਿਸੇ ਨੂੰ ਨਹੀਂ ਕਰ ਸਕਦੇ ਹਾਂ। ਦੁਹਾਗਣੀ ਵੀ ਇੱਕ ਖਿਆਲ ਹੈ, ਉਸ ਖਿਆਲ ਦੇ ਨਾਲ ਜ਼ਿੰਦਗੀ ਕੈਸੇ ਬੀਤੇਗੀ। ਔਰ ਅਸੀਂ ਜੇ ਰਿਅਲਾਈਜ਼ ਨਹੀਂ ਕਰ ਰਹੇ ਹਾਂ ਤਾਂ ਜੋ ਬੱਤਰ ਜੀਵਨ, ਜੋ ਨਰਕੀ ਜੀਵਨ ਅਸੀਂ ਜੀ ਰਹੇ ਹਾਂ, ਇਹੀ ਤੇ ਬੀਤ ਰਹੀ ਹੈ ਸਾਡੀ। ਜਾਏ ਪੁੱਛੋ ਦੁਹਾਗਣੀ, तुम क्यों रैन विहाए, तुम्हारी जिंदगी अवगुणों से कैसे बीत रही है, हाउ यू आर लिविंग विद डेफिशिएंसीज एंड शॉर्टकमिंग्स। इस शब्द के विचकार इस श्लोक विच फरीद जी बड़े दर्द दे नाल इस आयरनी दे नाल पुछ रहे हैं, ए दुनिया दे लोगो, दुहागण बन के सच तो मुनकर हो के किवें जिंदगी बिता रहे हो, वेला ना टपाओ। ਇਹ ਅੱਗ ਲੱਗੀ ਹੈ, ਤੁਹਾਡੇ ਘਰ ਵੀ ਪਹੁੰਚ ਜਾਏਗੀ। ਜਿਹੜੇ ਆਪਣੇ ਆਪ ਨੂੰ ਬੜਾ ਧਰਮੀ ਸਮਝ ਕੇ ਅੱਖਾਂ ਨੂਟੀ ਰੱਖਦੇ ਨੇ, ਉਹਨਾਂ ਨੂੰ ਨਹੀਂ ਪਤਾ ਮੇਰਾ ਬੱਚਾ, ਮੇਰਾ ਪੋਤਰਾ ਗਲੀ ਮਹੱਲੇ 'ਚ ਖੇਲਦਾ ਹੈ, ਮੇਰਾ ਬੱਚਾ, ਮੇਰਾ ਪੋਤਰਾ, ਮੇਰੀ ਪੋਤਰੀ ਸਕੂਲ ਜਾਂਦੇ ਨੇ, ਉੱਥੇ ਨਸ਼ੇ ਦੀਆਂ ਗੱਲਾਂ ਹੁੰਦੀਆਂ, ਉਹ ਨਸ਼ੇ ਦੀਆਂ ਗੱਲਾਂ ਔਰ ਸੈਕਸ ਦੀਆਂ ਗੱਲਾਂ ਔਰ ਭੈੜੇ ਪਾਸੇ ਪੈਣ ਦੀਆਂ ਗੱਲਾਂ, ਜੂਆ ਖੇਡਣ ਦੀਆਂ ਗੱਲਾਂ, ਮੈਚ ਦੇ ਉੱਤੇ ਸ਼ਰਤਾਂ ਲਾਉਣ ਦੀਆਂ ਗੱਲਾਂ, ਬੈਟ ਲਗਾਉਣ ਦੀਆਂ ਗੱਲਾਂ, ਇਹ ਸਾਰੀਆਂ ਗੱਲਾਂ ਦੀ ਅੱਗ ਮੇਰੇ ਬੱਚੇ ਨੂੰ ਲੱਗ ਜਾਏਗੀ। ਅਲਟੀਮੇਟਲੀ ਇਹ ਅੱਗ ਮੇਰੇ ਘਰ ਆ ਜਾਏਗੀ। ਮੈਨੂੰ ਦੁਹਾਗਣ ਬਣ ਕੇ ਨਹੀਂ ਜੀਣਾ, ਮੈਨੂੰ ਸੁਹਾਗਣ ਬਣਨਾ, ਚੰਗੇ ਗੁਣ ਨਾਲ ਜੀਣਾ, ਮੈਂ ਆਪ ਸੰਵਰਨਾ, ਆਪਣੇ ਸਮਾਜ ਨੂੰ ਸੰਵਾਰਨਾ, ਮੈਨੂੰ ਅੱਖਾਂ ਨੂਟ ਕੇ ਅਲਬੇਲੇ ਪਾਣੀ 'ਚ ਨਹੀਂ ਰਹਿਣਾ, ਮੈਨੂੰ ਬੱਤੀਆਂ ਬੁਝਾ ਕੇ ਹਨੇਰੇ ਵਿੱਚ ਨਹੀਂ ਰਹਿਣਾ, ਮੈਨੂੰ ਜਾਗ ਕੇ ਜੀਣਾ ਹੈ। ਜਾਗ ਕੇ ਜੀਣਾ, ਜਾਗ ਕੇ ਆਪ ਜਪੈ ਵਰਾ ਨਾਮ ਜਪਾਇਆ ਕਰਨਾ, ਇਸ ਨੂੰ ਅਸਲੀ ਸਿਮਰਨ ਕਹਿੰਦੇ ਨੇ, ਸੁਹਾਗਣ ਦੀ ਅਵਸਥਾ ਕਹਿੰਦੇ ਨੇ। ਸੋ ਨਰਕ ਦੀ ਅਗਨ 'ਚ ਧੁਖਦੇ ਰਹਿੰਦਿਆਂ, ਤ੍ਰਿਸ਼ਨਾ, ਵੈਰ, ਨਫ਼ਰਤ, ਈਰਖਾ, ਵਿਤਕਰਾ ਵਾਲਾ ਜੀਵਨ ਜੀਂਦਿਆਂ, ਇਹਨੂੰ ਦੁਹਾਗਣ ਦੀ ਅਵਸਥਾ ਕਹਿੰਦੇ ਨੇ। ਸੋ ਦੁਹਾਗਣ ਬਦਲੇ ਸੁਹਾਗਣ ਬਣਨ ਦੀ ਅਵਸਥਾ ਇਸ ਸ਼ਲੋਕ 'ਚੋਂ ਸਿਖਾਈ ਗਈ ਹੈ।